ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਆਪਣੇ ਡਿਪੂ ਦੇ ਬਾਹਰ ਗੇਟ ਰੈਲੀ ਕੀਤੀ ਗਈ ਤੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਭਗਦੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਗੇਟ ਰੈਲੀ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਅਸੀਂ ਬੜੇ ਜ਼ੋਰ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਸਰਕਾਰ ਹੁਣ ਸਾਡੀ ਗੱਲ ਸੁਣਨ ਲਈ ਤਿਆਰ नहीं है। उन्होंने कहा है कि ਅਸੀਂ 1 ਅਗਸਤ ਤੋਂ ਹਾਈਵੇ ਜਾਮ ਕਰਾਂਗੇ ਤੇ ਨਾਲ ਹੀ 14, 15 ਤੇ 16 ਅਗਸਤ ਨੂੰ ਪੂਰਨ ਤੌਰ ਤੇ ਹੜਤਾਲ ਕੀਤੀ ਜਾਵੇਗੀ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਜਾਂਦੀਆਂ ਤਾਂ ਭੁੱਖ ਹੜਤਾਲ ਵੀ ਕੀਤੀ ਜਾਵੇਗੀ। ਅੱਜ ਸਾਡਾ ਜਿਹੜਾ ਵਾ ਚੱਲ ਰਿਹਾ ਵਾ ਗੇਟ ਰੈਲੀ ਆ ਤੇ 14, 15, 16 ਨੂੰ ਸਾਡੀ ਅਗਸਤ ਦੀ ਨੂੰ ਹੜਤਾਲ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਗੇਟ ਰੈਲੀ ਸੀ, ਕਿਉਂਕਿ ਆਪਣਾ ਸਰਕਾਰ ਨਾਲ ਸਾਡਾ ਜੋ ਵਾਅਦੇ ਕੀਤੇ ਸੀ ਸਰਕਾਰ ਨੇ ਕਿ ਸਾਨੂੰ ਸੱਤਾ ਦੌਣ ਕੇ ਪੱਕਾ ਕਰਾਂਗੇ, ਕਿਉਂਕਿ ਸਾਡੀ ਜਿਹੜੀ ਰੈਗੂਲਰ ਇੱਕ ਭਰਤੀ ਕੀਤੀ ਗਈ ਸੀ ਇਹਨਾਂ ਨੇ 2007 'ਚ, ਅੱਜ ਤੱਕ ਅਸੀਂ ਨਗੂਣੀਆਂ ਤਨਖਾਹਾਂ ਲੈ ਕੇ ਆਪਾਂ ਕੰਮ ਕਰ ਰਹੇ ਹਾਂ ਤੇ ਜਿਹੜੀਆਂ ਤਨਖਾਹਾਂ ਵੀ ਹੁਣ ਜਿਹੜੀਆਂ ਸਾਨੂੰ ਸੰਘਰਸ਼ ਕਰਕੇ ਲੈਣੀਆਂ ਪੈ ਰਹੀਆਂ ਵਾ। ਇਹ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਜੋ ਵਾਅਦੇ ਕੀਤੇ ਸੀ ਸਰਕਾਰ ਨੇ, ਅੱਜ 36,000 ਕੋ ਬੰਦੇ ਦਾ ਇਹਨਾਂ ਪੱਕੇ ਕਰਨ ਦਾ ਕਿਹਾ ਸੀ, ਪਰ ਟਰਾਂਸਪੋਰਟ ਅਦਾਰੇ ਦਾ ਉਹਦੇ ਵਿੱਚ ਕੋਈ ਨਹੀਂ ਆ। ਇਸ ਕਰਕੇ ਜੋ 15 ਸਾਲ ਹੋ ਗਏ ਲੋਕਾਂ ਨੂੰ, ਉਹਨਾਂ ਨੂੰ ਪੱਕਿਆ ਕੀਤਾ ਜਾਏ। ਜੋ ਕੰਡੀਸ਼ਨਾਂ ਤੋਂ ਕੱਢੇ ਹੋਏ ਆ ਆਪਣੇ ਕੰਡਕਟਰ ਡਰਾਈਵਰ, ਉਹਨਾਂ ਨੂੰ ਬਹਾਲ ਕੀਤਾ ਜਾਏ। ਬੰਦੀ ਜੀ ਵੇਖਣ ਨੂੰ ਮਿਲਦਾ ਕਿ ਡਿਪੂ 'ਚ ਨਵੀਆਂ ਬੱਸਾਂ ਖਲੋਤੀਆਂ ਪੁਰਾਣੀਆਂ ਰੋਡ 'ਤੇ। ਵੇਖੋ ਜੀ 20 ਗੱਡੀਆਂ ਜਿਹੜੀਆਂ ਸਾਡੀਆਂ ਟੈਕਸ ਤੋਂ ਬੜਾ ਖਲੋਤੀਆਂ ਵਾ, ਨਵੀਆਂ ਗੱਡੀਆਂ ਤੇ ਕੰਡਮ ਗੱਡੀਆਂ ਰੂਟ ਤੇ ਆ। ਇਹ ਕਰਕੇ ਸਰਕਾਰ, ਜੇ ਆਪਾਂ GM ਸਾਹਿਬ ਨੂੰ ਕਹਿੰਦੇ ਆ ਜਾਂ ਡਾਇਰੈਕਟਰ ਸਾਹਿਬ ਨਾਲ ਵੀ 2-3 ਵਾਰੀ ਗੱਲ ਹੋਈ ਆ, ਉਹ ਕਹਿੰਦੇ ਆ ਕਿ ਟੈਕਸ ਜਿਹੜਾ ਸਰਕਾਰ ਨਹੀਂ ਦੇ ਰਹੀ, ਕਿਉਂਕਿ ਟੈਕਸ ਤੇ ਪੈਸੇ ਦੇਣ ਤੇ ਅਸੀਂ ਬਹਾਲ ਕਰਾਈਏ ਇਹਨਾਂ ਨੂੰ, ਪਰ ਅਜੇ ਪਾਸ ਨਹੀਂ ਹੁੰਦੀਆਂ ਟੈਕਸ ਕੋਲੋਂ। ਜੇ DTO ਕੋ ਜਾਂਦੇ ਉਹ ਕਹਿੰਦੇ ਟੈਕਸ ਜਮ੍ਹਾਂ ਕਰਾਓ। ਇਹ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਟੈਕਸ ਭੇਜਣ, ਇਹਨਾਂ ਨੂੰ ਗੱਡੀਆਂ ਨੂੰ ਚਲਾਇਆ ਜਾਏ। ਜੋ ਲੋਕਾਂ ਨੂੰ ਸਹੂਲਤ ਕਿਹਾ ਵਾ ਇਹਨਾਂ ਨੇ ਉਹ ਫਿਰ ਸਹੀ ਦਈਏ, ਕਿਉਂਕਿ ਇਹ ਨਾ ਹੋਵੇ ਕੰਡਮ ਗੱਡੀਆਂ ਹੋਣ, ਕੋਈ ਗੱਲਬਾਤ ਹੋ ਜੇ ਫਿਰ ਲੋਕਾਂ ਦੇ ਮੁਸ਼ਕਲ ਹੋ ਜੇ। ਇਹ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਜ਼ਰੂਰ ਇਹ ਬਾਰੇ ਸੋਚਿਆ ਜਾਏ। ਪੰਜਾਬ ਪੂਰੇ ਦੇ ਟੈਕਸ ਤਰਨ ਵਾਲੇ ਕਹਿੰਦੇ ਗੱਡੀਆਂ ਦੇ ਕਈਆਂ ਦੇ। ਅੱਜ ਦਾ ਜੋ ਇਹ ਬੰਦ ਗੇਟ ਰੈਲੀ ਕੀਤੀ ਅਸੀਂ, ਇਹ ਅੱਜ ਬੱਸ ਨਹੀਂ ਕੋਈ ਬੰਦ ਕੀਤੀ, ਸਿਰਫ ਇਹ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਵੀ ਸਾਡੇ ਜਿਹੜੇ ਮਸਲੇ ਹੱਲ ਕਰੋ, ਕੱਚੇ ਕੰਮੇ ਸਾਡੇ ਪੱਕੇ ਕਰੋ, ਜਿਹੜੇ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਇਹਦੇ ਰੋਸ ਵਜੋਂ ਅਸੀਂ ਸਰਕਾਰ ਨੂੰ ਮੰਗ ਪੱਤਰ ਬੇਨਤੀਆਂ ਦੇ ਚੁੱਕੇ ਹਾਂ, ਪਰ ਸਰਕਾਰ ਨੇ ਕੋਈ ਸਾਡੀ ਮੀਟਿੰਗ ਨਹੀਂ ਬੁਲਾਈ। ਜੋ ਮੀਟਿੰਗ ਬੁਲਾਉਂਦੇ ਆ ਤਾਂ ਉਹ ਬਸ ਅਧਿਕਾਰੀ ਨਹੀਂ ਆਇਆ, ਫਲਾਣਾ ਨਹੀਂ ਆਇਆ, ਢਿੰਗੜਾ ਨਹੀਂ ਆਇਆ, ਇਸੇ ਤਰ੍ਹਾਂ ਕਰਕੇ ਸਾਨੂੰ ਉਹ ਬੇਸਟਾ ਨਿਕਲਦੀ ਆ। ਜ਼ਿਆਦਾ ਕਰਕੇ ਅਸੀਂ ਗੇਟ ਰੈਲੀ ਕਰਕੇ ਅੱਜ ਆਪਣੇ ਸਾਥੀਆਂ ਨੂੰ ਲਾਮਬੰਦ ਕੀਤਾ ਵੀ ਜਿਹੜਾ ਅਗਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਲੀਕਣ ਨੂੰ ਬੈਠੇ ਆ। कारगिल युद्ध ਦੀ ਯਾਦ ਵਿੱਚ ਕਾਰਗਿਲ ਵਿਜੇ ਦਿਵਸ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਮਨਾਇਆ ਗਿਆ, ਜਿਸ ਵਿੱਚ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਖਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਜਿੱਥੇ ਇਸ ਯੁੱਧ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਜਵਾਨਾਂ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਦਿੱਤੀ, ਉੱਥੇ ਇਸ ਯੁੱਧ ਦੀ ਜਿੱਤ ਦਾ ਸਿਹਰਾ ਆਪਣੀਆਂ ਫੌਜਾਂ ਦੇ ਜਵਾਨਾਂ ਦੀ ਬਹਾਦਰੀ ਦੇ ਸਿਰ ਦਿੱਤਾ ਤੇ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। सिख समाज के लोगों को छोड़ के हिंदू भाइयों को गोलियों का निशाना बना दिया ट्रेनों के अंदर। क्या किसी के हाथ में तरछूल था? क्या किसी के हाथ में बंदूक थी? क्या किसी के हाथ में कृपान थी? क्या किसी को मारने के लिए निकला था? अपनी माँ के लिए, अपने पिता के लिए, अपनी पत्नी के लिए, अपने बच्चों के लिए सुबह रोटी कमाने निकला था और ट्रेनों बसों से निकाल करके उन गोलियों का निशाना बना दिया। उनको क्या कहेंगे? बंदी सिख कहेंगे? मौत के सौदागर कहेंगे? मैं सवाल पूछना चाहता हूँ, अगर उसके बारे में कोई जवाब देता है मेरी बात का, उसको खुला चैलेंज करता हूँ, खालिस्तान के मुद्दे पे बात कर ले। क्या कौन सा खालिस्तान चाहते हैं? मुद्दा तो खालिस्तान है। ये पठानकोट, ये बठिंडा, ये राजपुरा, ये खालिस्तान, ये खालिस्तान के मुद्दे पे बात कर ले। बंदी सिखों के बारे में कहना, ये बंदी सिख नहीं, ये मौत के सौदागर। आपने होर्डिंग लगाने हैं, हरमंदर साहब के बाहर लगाइए, आप गुरुद्वारा साहब के बाहर होर्डिंग लगाइए, कोई आपको मना नहीं करता, पर उस पर यह लिखिए ये मौत के सौदागर थे, इन्होंने बहनों के सुहाग उजाड़े थे, इन्होंने बच्चों को यतीम किया था, इन्होंने खून की नदियां बहाई थी, लिख दो। और जो हरमंदर साहब में हिंदू, मुसलमान, सिख, ईसाई दुनिया में आकर के नमस्तक करता है, पूरी दुनिया में सिख कौम किस लिए? ये सिख कौम सिखों के लिए नहीं है। ये दुनिया के बड़े इतिहासकारों ने कहा है सिख कौम मानवता के लिए बनेगी, जिसमें हिंदू भी, मुसलमान भी, सिख भी, ईसाई थी, अपनी किरत कमाई, अपने खून पसीने की कमाई से नमस्तक करके गोलक में अपना योगदान दे। आजाद संघर्ष किसान कमेटी पंजाब की एक अहम मीटिंग
ਖਡੂਰ ਸਾਹਿਬ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਤੋਂ ਇਲਾਵਾ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਟਾਂਡਾ ਨੇ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਘਟ ਰਹੇ ਪਾਣੀ ਦੇ ਪੱਧਰ ਕਾਰਨ ਸੂਬਾ ਬੰਜਰ ਹੋਣ ਵੱਲ ਨੂੰ ਵਧ ਰਿਹਾ ਹੈ ਅਤੇ ਜੇਕਰ ਸਮੇਂ ਸਿਰ ਇਸ ਤੇ ਕਾਬੂ ਨਾ ਪਾਇਆ ਤਾਂ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ ਨਹੀਂ ਕਰਨਗੀਆਂ। ਜੀ ਜਿਹੜਾ ਸਾਡੀ ਜਿਹੜੀ ਬਾਬੇ ਨਾਨਕ ਦਾ ਮਿਸ਼ਨ ਆ, ਪਹਿਲਾਂ ਪਾਣੀ ਜੀਓ, ਪਾਣੀ ਬਿਨਾਂ ਕੋਈ ਵੀ ਜਿਹੜੀ ਚੀਜ਼ ਆ ਪ੍ਰੋਖਿਆ ਕੁਛ ਪਾਣੀ ਬਿਨਾਂ ਰਹਿ ਸਕਦਾ। ਜਿਹੜਾ ਪੰਜਾਬ ਦਾ ਸਰੋਤ ਆ ਪਾਣੀ, ਪੰਜਾਂ ਦਰਿਆਵਾਂ ਦਾ ਜਿਹੜਾ ਪੰਜਾਬ ਹੈ, ਇਹਨੂੰ ਜਿਹੜਾ ਲੁੱਟਿਆ ਜਾ ਰਿਹਾ। ਇਹਦੇ ਵਿੱਚ ਜਿਹੜੀਆਂ 5 ਕਿਸਾਨ ਜਥੇਬੰਦੀਆਂ ਉਹ ਚੰਡੀਗੜ੍ਹ ਵਿੱਚ ਅੰਬ ਸਾਹਿਬ ਗੁਰਦੁਆਰੇ ਵਿਸ਼ਾਲ ਰੈਲੀ ਕਰ ਰਹੀਆਂ। ਉਹ ਜਿਹੜੀ ਰੈਲੀ ਹੋਊਗੀ ਉਹ ਸਿਰਫ ਇੱਕ ਸਰਕਾਰ ਨੂੰ ਨੋਟਿਸ ਦੇਣ ਵਾਸਤੇ ਆ ਕਿ ਪਹਿਲਾਂ ਸਰਕਾਰਾਂ, ਦੋਵਾਂ ਸਰਕਾਰਾਂ ਨੂੰ, ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਨੋਟਿਸ ਦਿੱਤਾ ਜਾਊਗਾ। ਉਹਦੀ ਜਿਹੜੀ ਮੁੜ ਕੇ ਅਗਲੀ ਰੂਪ ਰੇਖਾ ਉਹਦੇ ਤੋਂ ਬਾਅਦ 'ਚ ਤਿਆਰ ਕੀਤੀ ਜਾਊ ਵੀ ਮੋਰਚਾ ਕਦੋਂ ਕਿੱਥੇ ਲੱਗਣਾ ਵਾ। ਇਹ ਬਾਅਦ 'ਚ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ, ਟਾਂਡਾ ਸਾਹਿਬ, ਰਾਜੇਵਾਲ ਸਾਹਿਬ, ਇਹ ਸਾਰੇ ਮਿਲ ਕੇ ਇਹ 'ਤੇ ਬਾਅਦ 'ਚ ਵਿਚਾਰ ਕਰਨਗੇ। ਜਿਹੜਾ ਅੱਜ ਹੁਣ ਦਾ ਜਿਹੜਾ ਮੇਨ ਹੈ ਉਹ ਸਿਰਫ ਪਾਣੀ, ਨਹਿਰਾਂ ਦੇ ਜਿਹੜੇ ਆਖਰੀ ਟੇਲ ਤੱਕ, ਭਾਵੇਂ ਉਹ ਪਿੰਡ ਦੀ ਪੈਲੀ ਦਾ ਤੇ ਭਾਵੇਂ ਨਹਿਰ ਆ, ਸੂਏ ਆ, ਹਰ ਇੱਕ ਨੂੰ ਟੇਲ ਤੱਕ ਪਾਣੀ ਪਹੁੰਚਾਉਣ ਵਾਸਤੇ ਸੰਘਰਸ਼ ਕੀਤਾ ਜਾਊਗਾ। ਕਿਉਂਕਿ ਇਹ ਨਹਿਰਾਂ ਜ਼ਿਆਦੀਆਂ ਬੰਦ ਨਹੀਂ ਹੁੰਦੀਆਂ। ਜਿਹੜਾ ਸਾਡਾ ਧਰਤੀ ਦਾ ਪਾਣੀ ਤਾਂ ਹੀ ਜ਼ਿਆਦਾ ਜਾ ਰਿਹਾ ਵੀ ਅਸੀਂ ਪਾਣੀ ਥੱਲੋਂ ਕੱਢੀਏ, ਨਹਿਰਾਂ ਬੰਦ ਕਰ ਦਿੰਦੇ ਆ। ਉੱਤੋਂ ਸਰਕਾਰ ਨੇ ਰੌਲਾ ਪਾਉਂਦੀ ਪਾਣੀ ਬਚਾਓ, ਪਾਣੀ ਬਚਾਓ। ਦੇ ਨੀਤ ਇਹਨਾਂ ਦੀ ਆਪਣੀ ਮਾੜੀ ਆ। ਜਿਹੜੇ ਖਾਲ ਉਹ ਭਰੇ ਹੁੰਦੇ ਆ, ਔਰ ਖਾਲਣ ਵਾਲਿਆਂ ਦੇ ਖਾਲੇ ਨਹੀਂ ਹੁੰਦੇ, ਤੇ ਜਦੋਂ ਪਾਣੀ ਛੱਡਦੇ ਉਦੋਂ ਇਹ ਖਾਲਣ ਲੱਗ ਪੈਂਦੇ। ਇਸ ਤਰ੍ਹਾਂ ਹੀ ਜਿਹੜੇ ਪਿੰਡਾਂ ਦੇ ਖਾਲ ਆ ਟੋਟਲ ਟੁੱਟੇ ਆ। ਕਿਤੇ ਜਿਹੜੇ 1-2 ਕਿੱਲੇ ਜਿਹੜੇ ਮੋਗੇ ਦੇ ਲਾਗੇ ਉੱਥੇ ਪਾਣੀ ਪੈਣ ਡਿਆ, ਥੋੜ੍ਹੇ ਪੰਜਾਂ ਤਾਂ 2-4 ਘਰਾਂ ਨੂੰ। ਬਾਕੀ ਜਿਹੜਾ ਪਾਣੀ ਜਿਹੜਾ ਬੇਕਾਰ ਸਾਡਾ ਜਾ ਰਿਹਾ ਪੰਜਾਬ ਦਾ, ਟੇਲ ਤੱਕ ਜਿਹੜੇ ਖਾਲ ਵੀ ਬਣਾਏ ਜਾਣ ਤੇ ਟੇਲ ਤੱਕ ਜਿਹੜੇ ਸੂਏ ਉਹ ਵੀ ਸਾਫ਼ ਕੀਤੇ ਜਾਣ। ਫਤਿਹਗੜ੍ਹ ਸਾਹਿਬ ਪੁਲਿਸ ਨੇ ਇੱਕ ਫਰਜ਼ੀ ਐਸਡੀਐਮ ਨੂੰ ਗ੍ਰਿਫਤਾਰ ਕੀਤਾ। ਥਾਣਾ ਬਡਾਲੀ ਆਲਾ ਸਿੰਘ ਦੇ ਪਿੰਡ ਮਹਿਮਦਪੁਰ ਦੀ ਰਹਿਣ ਵਾਲੀ ਮਨਵੀਰ ਕੌਰ ਪਿਛਲੇ 8 ਮਹੀਨਿਆਂ ਤੋਂ ਫਰਜ਼ੀ ਐਸਡੀਐਮ ਬਣ ਕੇ ਇਲਾਕੇ ਵਿੱਚ ਰੋਬ ਮਾਰਦੀ ਸੀ ਤੇ ਪੈਸੇ ਵੀ ਵਸੂਲ ਕਰ ਰਹੀ ਸੀ। ਪੁਲਿਸ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਐਸਡੀਐਮ ਨੇ ਕੋਈ ਪੱਤਰ ਜਾਰੀ ਨਹੀਂ ਕੀਤਾ ਤੇ ਨਾ ਹੀ ਸਾਹਮਣੇ ਆਇਆ ਹੈ ਕਿ ਮਨਵੀਰ ਕੌਰ ਨਾਮਕ ਲੜਕੀ ਨੇ ਇਹ ਕਾਰਨਾਮਾ ਕੀਤਾ ਹੈ। ਉਸ ਨੂੰ ਗ੍ਰਿਫਤਾਰ ਕਰਨ ਮਗਰੋਂ ਲੜਕੀ ਨੇ ਦੱਸਿਆ ਕਿ ਉਸਦੇ ਪਰਿਵਾਰ ਉੱਪਰ ਕਾਫੀ ਜ਼ਿਆਦਾ ਲੋਨ ਹੈ। ਉਸਦਾ ਭਰਾ ਨਸ਼ਾ ਤਸਕਰੀ 'ਚ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸੇ ਕਰਕੇ ਉਹ ਫਰਜ਼ੀ ਐਸਡੀਐਮ ਬਣੀ ਤਾਂ ਕਿ ਉਹਨਾਂ ਕੋਲੋਂ ਕੋਈ ਲੋਨ ਦੇ ਪੈਸੇ ਮੰਗਣ ਨਾ ਆਵੇ ਅਤੇ ਇਲਾਕੇ ਵਿੱਚ ਡਰ ਬਣ ਜਾਵੇ। ਮਨਵੀਰ ਕੌਰ ਨੇ ਪੀਸੀਐਸ ਦੀ ਪ੍ਰੀਖਿਆ ਵੀ ਦਿੱਤੀ ਸੀ, ਪਰੰਤੂ ਉਸ ਦੀ ਚੋਣ ਨਹੀਂ ਹੋ ਸਕੀ ਤੇ ਹੁਣ ਉਹ ਯੂਪੀਐਸ ਦੀ ਤਿਆਰੀ ਵੀ ਕਰ ਰਹੀ ਸੀ। ਸੈਕਸ਼ਨ 13 ਪੰਜਾਬ ਵਿਲੇਜ ਕਾਮਨ ਲੈਂਡ ਐਕਟ ਰਜਿਸਟਰਡ ਹੋਈ ਸੀ, ਜਿਹਦੇ ਵਿੱਚ ਪਿੰਡ ਸਲੀਮਪੁਰ ਦੇ ਵਿੱਚ 4 ਪੀਪਲ ਦਾ ਦਰਖਤ ਵੱਢਿਆ ਗਿਆ ਸੀ। ਜਿਹਦੇ ਸੰਬੰਧ ਦੇ ਵਿੱਚ ਇੱਕ ਲੈਟਰ ਸਰਫੇਸ ਹੋਇਆ। ਇੱਕ ਲੈਟਰ ਐਸਡੀਐਮ ਵੱਲੋਂ ਬੀਡੀਪੀਓ ਨੂੰ ਲਿਖਿਆ ਗਿਆ ਸੀ ਵੀ ਜੋ ਰਹਿੰਦਾ ਦਰਖਤ ਹੈ ਉਹਨੂੰ ਵੱਢ ਦਿੱਤਾ ਜਾਏ। ਜੋ ਇਹ ਲੈਟਰ ਦੀ ਕਾਪੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਇਹ ਉਹ ਲੈਟਰ ਸੀਗਾ ਜਿਹੜਾ ਲੈਟਰ ਸਰਫੇਸ ਹੋਇਆ ਸੀ। ਇਸ ਤੋਂ ਬਾਅਦ ਕੀ ਹੋਇਆ ਵੀ ਇਹ ਲੈਟਰ ਵੈਰੀਫਾਈ ਕੀਤਾ ਗਿਆ ਸਿਵਲ ਡਿਪਾਰਟਮੈਂਟ ਵੱਲੋਂ ਤੇ ਪਾਇਆ ਗਿਆ ਵੀ ਇਹ ਲੈਟਰ ਜਾਲੀ ਹੈ, ਵੀ ਐਸਡੀਐਮ ਸਾਹਿਬ ਵੱਲੋਂ ਐਸਾ ਕੋਈ ਲੈਟਰ ਨਹੀਂ ਲਿਖਿਆ ਗਿਆ ਰਿਗਾਰਡਿੰਗ ਆਪਣਾ ਦਰਖਤ ਦੀ ਵੱਢਣ ਸੰਬੰਧੀ। ਜੋ ਵੈਰੀਫਾਈ ਹੋਣ ਤੋਂ ਬਾਅਦ ਫਿਰ ਇੱਕ ਬੀਡੀਪੀਓ ਵੱਲੋਂ ਇੱਕ ਹੋਰ ਦਰਖਾਸਤ ਸਾਨੂੰ ਮੂਵ ਕੀਤੀ ਗਈ, ਜਿਸ ਦੇ ਸੰਬੰਧ ਅਸੀਂ FIR ਨੰਬਰ 81 ਅੰਡਰ ਸੈਕਸ਼ਨ 420 465 67 61 71 120 ਵੀ ਐਕਟ ਰਜਿਸਟਰ ਕੀਤਾ। ਤੇ ਆ ਜਾਲੀ ਲੈਟਰ ਦੀ ਤਫਤੀਸ਼ ਦੇ ਸੰਬੰਧ ਦੇ ਵਿੱਚ ਸਾਨੂੰ ਸਾਡੇ ਸੋਰਸਿਸ ਤੋਂ ਟੈਕਨੀਕਲ ਆਪਣੀ ਸਟੱਡੀ ਤੋਂ ਤੇ ਸਾਡੇ ਸੀਨੀਅਰ ਅਫਸਰ ਦੀ ਸੁਪਰਵਿਜ਼ਨ ਅੰਡਰ ਅਸੀਂ ਇੱਕ ਕੁੜੀ ਜਿਹਦਾ ਨਾਮ ਮਨਵੀਰ ਕੌਰ ਹੈ, ਜੋ ਪਿੰਡ ਮਹਿਮਦਪੁਰ ਦੀ ਰਹਿਣ ਵਾਲੀ ਹੈ, ਉਹਨੂੰ ਅਸੀਂ ਇਸ ਪਰਚੇ 'ਚ ਨੋਮੀਨੇਟ ਕੀਤਾ ਤੇ ਦੌਰਾਨੇ ਉਹਦੀ ਅਰੈਸਟ ਤੋਂ ਬਾਅਦ ਅਸੀਂ ਪਾਇਆ ਵੀ ਇਹ ਕੁੜੀ ਜਿਹੜੀ ਹੈ ਵੀ ਪਿਛਲੇ 8 ਮਹੀਨੇ 'ਚੋਂ ਇੱਕ ਜਾਲੀ ਐਸਡੀਐਮ ਬਣ ਕੇ ਇਹ ਰਹਿ ਰਹੀ ਸੀਗੀ। ਜਿਸ ਦੇ ਸੰਬੰਧ ਦੇ ਵਿੱਚ ਆਹ ਅਖਬਾਰ ਦੀ ਕਟਿੰਗ ਵੀ ਆਈ ਸੀ ਵੀ ਮਹਿਮਦਪੁਰ ਦੀ ਕੁੜੀ ਐਸਡੀਐਮ ਸਿਲੈਕਟ ਹੋਈ ਤੇ ਰਿਜ਼ਲਟ ਉਹਨੇ ਮੈਨੂਪੂਲੇਟ ਕੀਤਾ। ਇੱਕ ਆਪ ਰਿਜ਼ਲਟ ਇਹਨੇ ਆਪੇ ਤਿਆਰ ਕੀਤਾ ਸੀ, ਹਾਂਜੀ, ਐਡਿਟ ਕਰਕੇ ਆਪਣੇ ਮੋਬਾਈਲ ਦੇ ਵਿੱਚ। ਆਹ ਲੈਟਰ ਆ ਜਿਵੇਂ ਹੈਗਾ। ਇਹਦਾ ਮੇਨ ਕਾਰਨ ਇਹ ਸੀਗਾ, ਇਹ ਡਿਊਰਿੰਗ ਜਿਹੜੀ ਕੁੜੀ ਦੀ ਪੁੱਛਗਿੱਛ ਸਾਹਮਣੇ ਆਇਆ ਵੀ ਇਹ ਕੁੜੀ ਕਹਿੰਦੀ ਵੀ ਸਾਡੇ ਪਰਿਵਾਰ ਤੇ ਬਹੁਤ ਲੋਨ ਸੀਗਾ, ਬਹੁਤ ਕਰਜ਼ਾ ਸੀਗਾ। ਜਿਹੜਾ ਬ੍ਰਦਰ ਹੈ ਉਹ NDPS ਐਕਟ ਦੇ ਵਿੱਚ ਨਾਭਾ ਜੇਲ੍ਹ ਦੇ ਵਿੱਚ ਪਿਛਲੇ 2-3 ਸਾਲ ਤੋਂ ਹੈ। ਤੇ ਇਹਦਾ ਇਹ ਮੋਟਿਵ ਸੀਗਾ, ਇਹ UPSC ਦੀ ਤਿਆਰੀ ਵੀ ਕਰਦੀ ਸੀ, PCS ਦਾ ਐਗਜ਼ਾਮ ਵੀ ਦਿੱਤਾ ਸੀ, ਕਲੀਅਰ ਨਹੀਂ ਹੋਇਆ। ਉਹਦਾ ਮੋਟਿਵ ਇਹ ਸੀਗਾ ਵੀ ਜਿਹੜੀ ਪਰਿਵਾਰ 'ਤੇ ਸਾਡੇ ਕਰਜ਼ਾ ਹੈ ਵੀ ਇਹ ਕਰਕੇ ਮੈਂ ਇਲਾਕੇ ਵਿੱਚ ਜਦੋਂ ਪ੍ਰਭਾਵ ਪਾਉਂਗੀ ਤੇ ਜਿਨ੍ਹਾਂ ਨੇ ਮੇਰੇ ਤੋਂ ਪੈਸੇ ਲੈਣ ਵਾਲੇ ਥੋੜ੍ਹਾ ਟਾਈਮ ਮਿਲ ਜੂਗਾ, ਥੋੜ੍ਹਾ ਡਿਲੇ ਪੈ ਜਾਊਗਾ। ਪੰਜਾਬ ਰੋਡਵੇਜ਼ ਕਾਮਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੇ ਬੇੜੇ ਵਿੱਚ ਵੱਡੇ ਪੱਧਰ ਉੱਤੇ ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਰੂਟ ਪ੍ਰਾਈਵੇਟ ਟਰਾਂਸਪੋਰਟਾਂ ਨੂੰ ਵੰਡਣ ਦੀ ਤਿਆਰੀ ਵਿੱਢੀ ਬੈਠੀ ਹੈ। ਪੰਜਾਬ ਸਰਕਾਰ ਨਾਲ ਹੀ ਪਨਬਸ ਅਤੇ ਰੋਡਵੇਜ਼ ਕਰਮੀਆਂ ਨੇ ਕਿਹਾ ਹੈ ਕਿ ਸਰਕਾਰ ਪੰਜਾਬ ਰੋਡਵੇਜ਼ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ, ਜਿਸ ਦੇ ਮਾੜੇ ਪ੍ਰਭਾਵ ਰੋਡਵੇਜ਼ ਸਣੇ ਮੁਲਾਜ਼ਮਾਂ ਤੇ ਵੀ ਪੈਣਗੇ, ਜਿਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਹ ਜੀ ਸਰਕਾਰ ਮੁਲਾਜ਼ਮਾਂ ਵਾਸਤੇ ਕੁਝ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ। ਅਸੀਂ ਉਹਦੇ ਵਿਰੋਧ ਦੇ ਵਿੱਚ ਖੜੇ ਹੋਏ ਆ।
ਪੂਰੇ ਪੰਜਾਬ ਲੈਵਲ ਤੇ ਸਾਡੇ 27 ਡਿਪੂਆਂ ਦੇ ਵਿੱਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਡਿਪੂਆਂ ਦੇ ਗੇਟ ਰੈਲੀਆਂ ਨੇ। ਸਰਕਾਰ ਦੁਆਰਾ ਸਰਕਾਰੀ ਬੱਸਾਂ ਦੀ ਥਾਂ ਤੇ ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ, ਜੋ ਕਿ ਲੋਕਾਂ ਦੇ ਨਾਲ, ਲੋਕਾਂ ਦੇ ਅਦਾਰੇ ਦੇ ਨਾਲ ਬਹੁਤ ਵੱਡੀ ਧੱਕੇਸ਼ਾਹੀ ਕਰ ਰਹੀ ਹੈ ਸਰਕਾਰ। ਕਿਉਂਕਿ ਇੱਕ ਤਾਂ ਜੋ ਕਿਲੋਮੀਟਰ ਬੱਸਾਂ ਆ ਰਹੀਆਂ ਨੇ, ਇਹਦੇ ਨਾਲ ਡਰਾਈਵਰ ਦੀ ਪੋਸਟ ਬਿਲਕੁਲ ਖਤਮ ਹੋ ਜਾ ਰਹੀ ਹੈ। ਜਿਵੇਂ ਕਿ ਪਿਛਲੇ ਸਮੇਂ 'ਚ ਸਰਕਾਰ ਦੁਆਰਾ ਕਿਹਾ ਗਿਆ ਸੀ ਬਈ ਅਸੀਂ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਾਂਗੇ ਤੇ ਜੋ ਬੇਰੁਜ਼ਗਾਰ ਨੇ ਅਸੀਂ ਉਹਨਾਂ ਨੂੰ ਰੋਜ਼ਗਾਰ ਦਾਂਗੇ। ਪਰ ਸਰਕਾਰ ਦੀਆਂ ਇਹ ਨੀਤੀਆਂ ਬਿਲਕੁਲ, ਉਹ ਵਾਅਦੇ ਨੇ ਜਿਹੜੇ ਉਹ ਬਿਲਕੁਲ ਖੋਖਲੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ। ਦੇਖ ਸਕਦੇ ਹਾਂ ਅਸੀਂ, ਜੇ ਉਹ ਬੱਸਾਂ ਆਉਂਦੀਆਂ ਨੇ ਤਾਂ ਪ੍ਰਾਈਵੇਟ ਘਰਾਣਿਆਂ ਦੀਆਂ, ਵੱਡੇ ਵੱਡਿਆਂ ਦੀਆਂ ਬੱਸਾਂ ਨੇ, ਪ੍ਰਾਈਵੇਟ ਹੀ ਡਰਾਈਵਰ ਉਹਦੇ ਤੇ ਰੱਖੇ ਜਾਣਗੇ, ਮਨਮਰਜ਼ੀ ਦੀਆਂ ਉਹ ਤਨਖਾਹਾਂ ਦੇਣਗੇ ਉਹਨਾਂ ਨੂੰ। ਸੋ ਅਦਾਰੇ ਨੂੰ ਖਤਮ ਕਰਨ ਵੱਲ ਪੰਜਾਬ ਸਰਕਾਰ ਵੱਧ ਰਹੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਰਣਨੀਤੀ ਜੀ, ਅਸੀਂ 1 ਤਰੀਕ ਨੂੰ ਪੰਜਾਬ ਦੇ ਜਿਹੜੇ ਮੇਨ ਹਾਈਵੇ ਨੇ 4, ਪੰਜਾਬ ਦੇ ਜਿੰਨੇ ਵੀ ਸਾਡੇ ਪੀਆਰਟੀਸੀ ਤੇ ਪਨਬੱਸ ਦੇ ਡਿਪੂ ਨੇ, 7-8 ਹਜ਼ਾਰ ਮੁਲਾਜ਼ਮ ਸਾਡਾ ਬਣਦਾ ਹੈ। ਅਸੀਂ ਉਹਨਾਂ ਨੂੰ ਲੈ ਕੇ ਪੰਜਾਬ ਦੇ 4 ਮੇਨ ਹਾਈਵੇ ਜਿਹੜੇ ਨੇ ਉਹ ਬਲੌਕ ਕਰਾਂਗੇ। ਜੇ ਸਰਕਾਰ ਫਿਰ ਵੀ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਅਸੀਂ ਅਣਮਿੱਥੇ ਸਮੇਂ ਵਾਸਤੇ ਹੜਤਾਲ ਤੇ ਵੀ ਜਾ ਸਕਦੇ ਹਾਂ। ਮੇਰਾ ਸਕੂਲ ਮੇਰਾ ਪਿੰਡ ਰਹੇਗਾ ਨਸ਼ਾ ਮੁਕਤ ਮੁਹਿੰਮ ਤਹਿਤ ਅੱਜ ਅਕਾਲ ਗਲੈਕਸੀ ਕਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਕਪੂਰਥਲਾ ਦੇ ਪੁਲਿਸ ਕਪਤਾਨ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਡਾਕਟਰ ਮਨਪ੍ਰੀਤ ਸੀਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਤੇ ਉਹਨਾਂ ਦਾ ਸਹਿਯੋਗ ਵੀ ਮੰਗਿਆ। ਜੀ ਜਦੋਂ ਦੀ ਮੈਂ ਇੱਥੇ ਪੋਸਟ ਹੋਈ ਹਾਂ, ਇਟਸ ਬਿਨ 2 ਵੀਕਸ, ਔਰ 2 ਇਸ਼ੂਜ਼ ਜਿਹੜੇ ਮੇਰੇ ਬਹੁਤ ਕਰੀਬ ਨੇ। ਇੱਕ ਹੈਗਾ ਆ ਚਾਈਲਡ ਅਬਿਊਜ਼, ਜਾਂ ਜਿਹਨੂੰ ਅਸੀਂ ਕਹਿੰਦੇ ਆ ਲੜਕੀਆਂ ਨਾਲ ਜਾਂ ਬੱਚਿਆਂ ਨਾਲ ਜੋ ਛੇੜਛਾੜ ਹੋ ਰਹੀ ਹੈ ਜਾਂ ਸੈਕਸ਼ੂਅਲ ਅਬਿਊਜ਼ ਹੋ ਰਿਹਾ, ਤੇ ਉਹਨੂੰ ਮੈਂ ਕੰਪਲੀਟਲੀ ਬੰਦ ਕਰਨਾ ਚਾਹੁੰਦੀ ਹਾਂ। ਉਹਦੇ ਲਈ ਅਸੀਂ ਇੱਕ ਸਬ ਡਿਵੀਜ਼ਨ ਲਈ ਹੈਲਪਲਾਈਨ ਸਟਾਰਟ ਕਰ ਰਹੇ ਹਾਂ, ਜਿਹਦਾ ਨੰਬਰ ਹੈ 9815641282। ਇਸ ਤੋਂ ਇਲਾਵਾ ਇੱਕ 181 ਤਾਂ ਪੂਰੇ ਪੰਜਾਬ ਦੀ ਹੈਲਪਲਾਈਨ ਹੈ ਹੀ। ਮੈਂ ਤੁਹਾਡੇ ਥਰੂ ਇਹ ਮੈਸੇਜ ਸਾਰਿਆਂ ਨੂੰ ਹੀ ਲਗਾਉਣਾ ਚਾਹੁੰਦੀ ਹਾਂ, ਜੋ ਵੀ ਸਾਡੀ ਸਬ ਡਿਵੀਜ਼ਨ 'ਚ ਕੋਈ ਲੜਕੀਆਂ ਜਾਂ ਕੋਈ ਬੱਚੇ ਜਿਹਨਾਂ ਨਾਲ ਅਬਿਊਜ਼ ਹੁੰਦਾ ਹੈ, ਜਿਹੜੇ ਬੋਲ ਨਹੀਂ ਸਕਦੇ ਹੈਗੇ ਜਾਂ ਜਿਹੜਾ ਦੇ ਘਰ ਦੇ ਹੀ ਉਹਨਾਂ ਦੀ ਆਵਾਜ਼ ਦਬਾ ਦਿੰਦੇ ਨੇ, ਕਿ ਤੁਸੀਂ ਸਾਡੀ ਹੈਲਪਲਾਈਨ ਤੇ ਕਾਲ ਕਰੋ, ਜਾਂ ਤੁਸੀਂ ਸਾਨੂੰ ਕੋਈ ਵੀਡੀਓ ਬਣਾ ਕੇ ਭੇਜ ਸਕਦੇ ਆ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਆ, ਤੇ ਉਸ ਤੇ ਇਮੀਡੀਏਟ ਐਕਸ਼ਨ ਹੋਏਗਾ, ਇਹ ਮੇਰਾ ਪ੍ਰੋਮਿਸ ਹੈ। ਇਸ ਤੋਂ ਇਲਾਵਾ ਜਿਹੜਾ ਮੇਨ ਇਸ਼ੂ ਜਿਹੜਾ ਪੂਰੇ ਪੰਜਾਬ 'ਚ ਹੀ ਚੱਲ ਰਿਹਾ, ਜਿਹੜਾ ਇੰਨਾ ਸਰਗਰਮ ਇਸ਼ੂ ਹੈ, ਜਿਹੜਾ ਕਿ ਡਰੱਗਸ ਦਾ ਇਸ਼ੂ ਹੈ, ਔਰ ਇਹਦਾ ਤਾਂ ਸਾਨੂੰ ਪਤਾ ਹੈ ਪੂਰੀ ਸਰਕਾਰ ਦਾ ਨੋ ਟੋਲਰੈਂਸ ਪਾਲਿਸੀ ਹੈ ਇਸ ਤੇ ਇਸ ਦੇ ਲਈ। ਬਟ ਇਹ ਅਜਿਹਾ ਇਸ਼ੂ ਹੈ ਜਿਹਦੇ ਅਗਰ ਅਸੀਂ ਸਾਰਾ ਸਮਾਜ ਇਕੱਠੇ ਹੋ ਕੇ ਇਸ ਦੇ ਅਗੇਂਸਟ ਕੰਮ ਨਹੀਂ ਕਰਾਂਗੇ ਤਾਂ ਇਹਦਾ ਕੋਡ ਨਹੀਂ ਹਟਣਾ। ਜਿਸ ਦੇ ਲਈ ਮੈਂ ਚਾਹੁੰਦੀ ਹਾਂ, ਕਿਉਂਕਿ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਂ ਅਸੀਂ ਰੱਖਿਆ ਹੈ ਕਿ ਮੇਰਾ ਸਕੂਲ ਮੇਰਾ ਪਿੰਡ ਨਸ਼ਾ ਮੁਕਤ। ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚੇ ਹੀ ਸਾਡਾ ਫਿਊਚਰ ਨੇ। ਬੱਚੇ ਕੀ ਕਰਦੇ ਨੇ, ਉਹੀ ਪੰਜਾਬ ਦਾ ਫਿਊਚਰ ਨੇ। ਤੇ ਇਸ ਕਰਕੇ ਇਹ ਅਸੀਂ ਸਕੂਲਸ ਤੋਂ ਸ਼ੁਰੂ ਕੀਤਾ ਹੈ, ਜਿੱਥੇ ਅਸੀਂ ਬੱਚਿਆਂ ਨੂੰ ਪਲੈਜ ਦੇ ਰਹੇ ਹਾਂ ਕਿ ਉਹ ਇੱਕ ਤਾਂ ਇਸ ਨਸ਼ੇ ਦਾ ਸੇਵਨ ਨਹੀਂ ਕਰਨਗੇ, ਦੂਸਰਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਆਪ ਨੂੰ, ਆਪਣੇ ਆਸ-ਪਾਸ ਦੇ ਲੋਕਾਂ ਨੂੰ ਤੇ ਆਪਣੇ ਪਿੰਡ ਵਿੱਚ ਜਾ ਕੇ ਜਾਂ ਆਪਣੇ ਘਰ ਵਿੱਚ ਜਾ ਕੇ ਦੂਸਰਿਆਂ ਨੂੰ ਵੀ ਇੰਸਪਾਇਰ ਕਰਨ। ਕਿਉਂਕਿ ਬੱਚੇ, ਮੈਂ ਜਿਵੇਂ ਕਹਿੰਦੀ ਸੀ, ਬੱਚੇ ਬਹੁਤ ਪੈਸ਼ਨੇਟ ਹੁੰਦੇ ਆ, ਜੋ ਕੰਮ ਕਰਦੇ ਉਹ ਦਿਲੋਂ ਕਰਦੇ ਆ। ਇਸ ਕਰਕੇ ਅਸੀਂ ਇੱਕ ਇਹ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਉਹ ਵੀ ਸਾਡੀ ਇੱਕ, ਤੁਸੀਂ ਕਹਿ ਲਓ ਸਾਡੇ ਇੱਕ ਵੋਲੰਟੀਅਰ, ਸਾਡੀ ਇੱਕ ਫੋਰਸ ਬਣੇ, ਜਿਹੜੇ ਕਿ ਘਰ ਜਾ ਕੇ, ਪਿੰਡਾਂ 'ਚ ਜਾ ਕੇ, ਔਰ ਅਗਰ ਉਹ ਵੀ ਸ਼ਿਕਾਇਤ ਕਰਨਾ ਚਾਹੁੰਦੇ ਆ ਕੋਈ, ਤਾਂ ਉਹ ਵੀ ਸਾਡੀ ਇਸ ਹੈਲਪਲਾਈਨ ਤੇ ਕੋਈ ਡਰੱਗ ਰਿਲੇਟਡ ਸ਼ਿਕਾਇਤ ਕਰ ਸਕਦੇ ਆ। ਦੇਰ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰ ਵਿੱਚ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਦੁਕਾਨ ਵਿੱਚ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ। ਮੁੱਖ ਬਾਜ਼ਾਰ ਭੀੜਾ ਹੋਣ ਕਰਕੇ ਅੱਗ ਤੇ ਕਾਬੂ ਪਾਉਣ ਵਿੱਚ ਪਰੇਸ਼ਾਨੀ ਆ ਰਹੀ ਸੀ ਤੇ ਫਾਇਰ ਬ੍ਰਿਗੇਡ ਦੀ ਗੱਡੀ ਦੀ ਬਾਜ਼ਾਰ ਵਿੱਚ ਨਹੀਂ ਆ ਸਕੀ। ਗਨੀਮਤ ਇਹ ਰਹੀ ਕਿ ਅੱਗ ਬਾਜ਼ਾਰ ਵਿੱਚ ਬਾਕੀ ਦੁਕਾਨਾਂ ਤੱਕ ਨਹੀਂ ਫੈਲੀ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ। ਕੀ ਘਟਨਾ ਹੋਈ ਹੈ ਅਨੰਦਪੁਰ ਸਾਹਿਬ ਦੇ ਵਿੱਚ, ਅਸੀਂ ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ, ਸਰਕਾਰ ਨੂੰ ਵੀ ਇੱਥੇ ਅਨੰਦਪੁਰ ਸਾਹਿਬ 'ਚ ਫਾਇਰ ਬ੍ਰਿਗੇਡ ਹੋਣੀ ਚਾਹੀਦੀ ਹੈ। ਤਾਂ ਅਸੀਂ ਦੁਬਾਰਾ ਫਿਰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਵੀ ਫਾਇਰ ਬ੍ਰਿਗੇਡ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਤੇ ਮੈਂ ਸਮੁੱਚੇ ਵਪਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਘਰਾਂ 'ਚੋਂ ਆਲੇ ਦੁਆਲੇ ਤੋਂ ਪਾਣੀ ਲਿਆ ਕੇ ਅੱਗ ਨੂੰ ਬੜੀ ਛੇਤੀ ਕਾਬੂ ਪਾਇਆ। ਅਨੰਦਪੁਰ ਸਾਹਿਬ ਦੇ ਜਿਹੜੇ ਹਾਲਾਤ ਨੇ ਬਦ ਤੋਂ ਬੱਤਰ ਨੇ, ਕਿਉਂਕਿ ਫਾਇਰ ਬ੍ਰਿਗੇਡ ਇੱਕ 88 ਜਨਮ ਭੂਮੀ ਨੂੰ ਹਾਲੇ ਤੱਕ ਫਾਇਰ ਬ੍ਰਿਗੇਡ ਜਿਹੜੀ ਹੁਣ ਤੱਕ ਮਿਲ ਨਹੀਂ ਸਕੀ। ਬਹੁਤ ਹੀ ਅਸੀਂ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ, ਵੀ
ਬਹੁਤ ਵੱਡੇ ਵੱਡੇ ਚਾਂਸ ਹੋ ਗਏ। ਪਹਿਲਾਂ ਥੱਲੇ 25 ਤੋਂ 30 ਦੁਕਾਨਾਂ ਸੜ ਕੇ ਪਿਛਲੀ ਸਰਕਾਰ 'ਚ ਸਵਾਹ ਹੋ ਗਈਆਂ। ਉਹ ਗਰੀਬ ਬੰਦੇ ਉਹ ਤੁਸੀਂ ਦੇਖ ਲਓ, ਕਹਿੰਦੇ ਤੇ ਸਵੇਰੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ, ਤੁਹਾਨੂੰ ਇਹ ਕਲਾਸ ਕਿਹੜੀ ਕਮੇਟੀ ਬਣਾਤੀ, ਪੈਸੇ ਤੁਹਾਡੀ ਕਮੇਟੀ ਚਲ ਗਏ, ਕਮੇਟੀ 'ਚੋਂ ਬਸ ਹਫ਼ਤੇ 10 ਦਿਨ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਆ ਜਾਣੀ। ਤੁਸੀਂ ਦੇਖ ਲਓ ਅੱਜ ਫੇਰ ਅੱਗ ਲੱਗ ਚੁੱਕੀ 3 4 5 ਸਾਲਾਂ ਬਾਅਦ। ਫਾਇਰ ਬ੍ਰਿਗੇਡ ਦੀ ਗੱਡੀ ਲੱਭਦੇ ਥੱਕ ਗਏ। ਜੇ ਫਾਇਰ ਬ੍ਰਿਗੇਡ ਦੀ ਗੱਡੀ ਡੀਕਦੇ ਰਹਿੰਦੇ ਨਾ ਤਾਂ ਸਾਰਾ ਬਾਜ਼ਾਰ ਸੜ ਕੇ ਸਵਾਹ ਹੋ ਜਾਣਾ ਸੀ। ਮੈਂ ਧੰਨਵਾਦ ਕਰਦਾ ਪੂਰੇ ਆਨੰਦਪੁਰ ਵਾਸੀਆਂ ਦਾ, ਸ਼ਹਿਰ ਵਾਸੀਆਂ ਦਾ, ਮਹੱਲਾ ਵਾਸੀਆਂ, ਦੁਕਾਨਦਾਰ ਵੀਰਾਂ ਦਾ, ਜਿਨ੍ਹਾਂ ਨੇ ਬਹੁਤ ਆਪਣੇ ਘਰਾਂ ਤੋਂ ਬਾਲਟੀਆਂ ਲਿਆ ਕੇ ਅੱਗ ਬੁਝਾਈ ਹੈ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿਵੇਂ ਦੇਖਦੇ ਹੋ? ਪ੍ਰਸ਼ਾਸਨ ਤੁਸੀਂ ਦੇਖ ਲਓ ਜੀ, ਤੁਹਾਨੂੰ ਦਿਖਦਾ ਕਿਤੇ ਪ੍ਰਸ਼ਾਸਨ ਇੱਥੇ? ਨਾ ਕੋਈ ਪ੍ਰਸ਼ਾਸਨ, ਨਾ ਕੋਈ ਫਾਇਰ ਬ੍ਰਿਗੇਡ। ਇਹ ਤਾਂ ਬਸ ਸੰਗਤ ਦਾ ਧੰਨਵਾਦ ਕਰੋ। ਇਹ ਰੱਬ ਆਸਰੇ ਹੈ ਸ਼੍ਰੀ ਅਨੰਦਪੁਰ ਸਾਹਿਬ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਆਸਰੇ ਹੀ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਫੋਨ ਤੋਂ, ਮੈਸੇਜ ਮਿਲਿਆ ਸੀ ਵੀ ਇੱਥੇ ਚੋਈ ਬਾਜ਼ਾਰ ਦੇ ਵਿੱਚ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਆ, ਉੱਥੇ ਅੱਗ ਲੱਗੀ ਹੈ। ਅਸੀਂ ਇਮੀਡੀਏਟਲੀ ਇੱਥੇ ਰਸ਼ ਕੀਤਾ ਤੇ ਇੱਥੇ ਆ ਕੇ ਦੇਖਿਆ ਵੀ ਅੱਗ ਹੈਗੀ ਸੀ। ਤੇ ਮੌਕੇ ਤੇ ਜਿਹੜੇ ਆਪਣੇ ਪਾਣੀ ਨਾਲ ਜਿਹੜੇ ਮਹੱਲਾ ਵਾਸੀਆਂ ਨੇ ਉਹ ਕਾਬੂ ਪਾਇਆ ਅੱਗ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਪਹੁੰਚ ਚੁੱਕੀ ਸੀ, ਪਰ ਉਹ ਇੱਥੇ ਮੌਕੇ ਤੱਕ ਨਹੀਂ ਪਹੁੰਚ ਸਕੀ। ਤਾਰਾਂ ਤੂਰਾਂ ਕਰਕੇ ਉਹ ਥੋੜ੍ਹਾ ਜਿਹਾ ਹੈਗਾ ਸੀ ਤੇ ਹੁਣ ਕੰਟਰੋਲ ਪਾ ਲਿਆ ਗਿਆ ਜੀ। ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਹੁੰਚ ਕੇ ਉਹਨਾਂ ਨੇ ਜਿਹੜਾ ਪੰਪ ਵਗੈਰਾ ਹੁੰਦਾ ਫਾਇਰ ਦਾ, ਉਹਦੇ ਨਾਲ ਹੁਣ ਫੁੱਲੀ ਕੰਟਰੋਲ ਆ ਜੀ। ਜਗਰਾਉਂ ਦੇ ਮੁਹੱਲਾ ਜੀਤ ਨਗਰ ਦੇ ਲੋਕਾਂ ਦਾ ਆਪਣੇ ਏਰੀਏ ਵਿੱਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅੱਜ ਸਬਰ ਦਾ ਬੰਨ ਟੁੱਟ ਗਿਆ ਤੇ ਸਾਰਿਆਂ ਨੇ ਮਿਲ ਕੇ ਜਗਰਾਉਂ ਰਾਏਕੋਟ ਰੋਡ ਤੇ ਧਰਨਾ ਮਾਰ ਦਿੱਤਾ ਤੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੱਟਿਆ ਹੋਇਆ ਜੀ, ਦੀਵਾਲੀ ਮੁੜ ਗਿਆ ਕਿ ਕੋਈ ਐਮਸੀ ਨਹੀਂ ਆਉਂਦਾ, ਨਾਲ 2 ਐਮਸੀ ਸਾਡੇ ਮਹੱਲੇ ਵਿੱਚ ਸੀ ਹੋਤਾ ਤੇ ਲੋੜ ਸਾਹਿਬ ਕੀ ਪੱਟਿਆ ਕੀ ਹੋਇਆ? ਆ ਗਲੀ ਪੱਟੀ ਹੋਈ ਆ ਜੀ, ਡੱਗ ਖਾਲੀ ਪਏ ਆ, ਉੱਪਰ ਢੱਕਣ ਹੈ ਨਹੀਂਗੇ। ਦੇਖੋ ਚੱਲ ਕੇ ਮੌਕਾ ਦੇਖੋ, ਜਿਹੜਾ ਪਾਣੀ 5 ਨੰਬਰ ਤੇ 6 ਨੰਬਰ 'ਚ ਕੀੜੇ ਪਏ ਬੱਚੇ ਡਿੱਗ ਸਕਦੇ ਜੀ, ਬੱਚੇ ਡਿੱਗਦੇ ਰੋਜ਼ ਡਿੱਗਦੇ। ਕੱਲ ਪੁਲਿਸ ਮੁਲਾਜ਼ਮ ਡਿੱਗਿਆ ਜੀ, ਉਹਦੀ ਵਰਦੀ ਸਾਰੀ ਖਰਾਬ, ਪੈਸੇ ਖਰਾਬ ਨੇ ਸਾਰੇ। ਸਾਡੇ ਤਰ੍ਹਾਂ ਸੀਵਰੇਜ ਦੀ ਬਲੌਕੇਜ, ਬੁਰਾ ਹਾਲ, ਬੱਚਿਆਂ ਦਾ ਆਣਾ ਜਾਣਾ ਔਖਾ, ਵਿੱਚ ਬੱਚਾ ਡਿੱਗਦਾ ਮਸਾਂ ਬਚਿਆ ਜੀ। ਮੱਲੇ ਨਿਵਾਸੀਆਂ ਨੂੰ ਬਚਾ ਲਿਆ, ਪੁਲ ਉੱਤੇ ਤੇ ਮੌਕੇ ਤੇ ਜੀ ਸੀਵਰੇਜ ਦੇ ਵਿੱਚ ਡਿੱਗਿਆ ਬੱਚਾ ਜੀ। ਤੇ ਗੰਦੇ ਪਾਣੀ ਦੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ? ਨਿਕਾਸੀ ਦਾ ਪ੍ਰਬੰਧ ਨਹੀਂ ਗਾ, ਕੋਈ ਬਲੌਕੇਜ ਦਾ ਪ੍ਰਬੰਧ ਨਹੀਂ। ਸਾਲ ਦਾ ਬੁਰਾ ਹਾਲ ਹੈ ਜੀ। ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਦੁਬਲੀ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਰਾਤ ਚੋਰਾਂ ਵੱਲੋਂ ਲੁੱਟ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਬੈਂਕ ਵਿੱਚ ਇੱਕ ਸਾਈਡ ਤੋਂ ਖਾਲੀ ਪਏ ਪਲਾਟ ਰਾਹੀਂ ਚੋਰਾਂ ਨੇ ਪਾੜ ਪਾ ਕੇ ਬੈਂਕ ਅੰਦਰ ਦਾਖਲ ਹੁੰਦੇ ਹੋਏ ਲੁੱਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਬੈਂਕ ਅੰਦਰ ਬਣੇ ਲੌਕਰ ਤੱਕ ਪਹੁੰਚਣਾ ਚੋਰਾਂ ਦੇ ਵੱਸ ਦਾ ਕੰਮ ਨਹੀਂ ਸੀ, ਪਰ ਚੋਰਾਂ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਸ। ਮੁੱਲਾਪੁਰ ਦਾਖਾ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰ ਖੁਦ ਦਸਤਕ ਦੇ ਕੇ ਪੁਲਿਸ ਨੂੰ ਫੜਾਉਣ ਵਾਲੀ ਸਰਪੰਚ ਗੁਰਦੀਪ ਕੌਰ ਮੰਡਿਆਣੀ ਨੂੰ ਸਰਬ ਧਰਮ ਸੰਤ ਸਭਾ ਪ੍ਰਧਾਨ ਖਲੀਫਾ ਬਾਬਾ ਮੋਹਨ ਸਿੰਘ ਚਿਸ਼ਤੀ, ਮੁੱਖ ਸੇਵਾਦਾਰ ਡੇਰਾ ਬਾਬਾ ਸ਼ੇਖ ਫਰੀਦ ਪਿੰਡ ਹਰੀਨੋ ਅਤੇ ਸੈਕਟਰੀ ਬਾਬਾ ਨਿਰਮਲ ਦਾਸ ਢੇਪਈ ਨੇ ਉਹਨਾਂ ਵੱਲੋਂ ਦਿਖਾਈ ਦਲੇਰੀ ਅਤੇ ਸਮਾਜਿਕ ਕੋੜ ਨੂੰ ਕੱਢਣ ਲਈ ਕੀਤੇ ਯੋਗ ਉਪਰਾਲੇ ਵਜੋਂ ਸਨਮਾਨਿਤ ਕੀਤਾ ਗਿਆ। ਇਸ ਵੇਲੇ ਸਰਕਾਰੀ ਦਫ਼ਤਰਾਂ ਦਾ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜਾ ਹਾਲ ਹੈ। ਇਹ ਕਹਿਣਾ ਹੈ ਹਲਕਾ ਖਡੂਰ ਸਾਹਿਬ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਚਲਾਨ ਭੁਗਤਣ ਆਏ ਸਨ, ਪਰ ਦਫ਼ਤਰ ਵਿੱਚ ਤਾਲਾ ਦੇਖ ਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਲੋਕਾਂ ਨੇ ਕਿਹਾ ਕਿ ਲੋਕੀ ਦੂਰ ਤੋਂ ਆਏ ਹਨ, ਪਰ ਉਹ ਖੱਜਲ ਖੁਆਰ ਹੋ ਕੇ ਵਾਪਸ ਜਾ ਰਹੇ ਹਨ। ਜਦੋਂ ਚਲਾਨ ਭੁਗਤਣ ਦੀ ਆਖਰੀ ਮਿਤੀ 26 ਜੁਲਾਈ ਸੀ, ਉਹਨਾਂ ਪੁਲਿਸ ਤੇ ਵੀ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਅੱਜ ਮੈਂ ਚਲਾਨ ਭੁਗਤਣ ਆਇਆ ਸੀਗਾ ਸਰ, ਆਪਣਾ ਕੰਮਕਾਰ ਛੱਡ ਕੇ 26 ਤਰੀਕ ਮੈਨੂੰ ਦਿੱਤੀ ਗਈ ਸੀਗੀ। ਮੈਂ ਸਵੇਰੇ 9 ਵਜੇ ਦਾ ਆ ਕੇ ਇੱਥੇ ਬੈਠਾ ਆ ਜੀ। ਇੱਥੇ ਕੋਈ ਵੀ ਬੰਦਾ ਹੈ ਨਹੀਂਗਾ ਐਸਡੀਐਮ ਆਫਿਸ 'ਚ ਕਿਸੇ ਨੂੰ ਅਟੈਂਡ ਕਰਨ ਵਾਲਾ। ਇੱਥੇ 50 ਤੋਂ ਜ਼ਿਆਦਾ ਬੰਦੇ ਤਾਂ ਮੁੜ ਗਏ ਤੇ ਹੁਣ ਵੇਖ ਲਓ ਤੁਸੀਂ, ਮੇਰਾ ਖਿਆਲ 100-150 ਬੰਦਾ ਖੜਾ ਆ ਜੀ। ਤੇ ਇਹ ਸਾਰੇ ਕੋਈ ਫਰੀਦਕੋਟ ਤੋਂ ਆਇਆ, ਕੋਈ ਦੂਰੋਂ ਸਾਰੇ ਆਪਣਾ ਕੰਮ ਛੱਡ ਕੇ ਆਏ ਆ। ਨਾ ਸਾਨੂੰ ਇੱਥੇ ਕੋਈ ਅੱਗੇ ਡੇਟ ਦਿੱਤੀ ਜਾ ਰਹੀ ਆ ਵੀ ਤੁਸੀਂ ਕਿੰਨੀ ਤਰੀਕ ਨੂੰ ਆਉਣਾ ਆ। ਉੱਪਰ ਨੰਬਰ ਦਿੱਤਾ ਗਿਆ, ਉਹਨਾਂ ਨੂੰ ਅਸੀਂ ਕਾਲ ਕੀਤੀ, ਉਹ ਕਿਸੇ ਨੂੰ ਕਹਿ ਰਿਹਾ 2 ਵਜੇ ਆ ਜਾਓ, ਕਿਸੇ ਨੂੰ ਕਹਿ ਰਿਹਾ ਮੈਂ 10 ਦਿਨ ਲਈ ਛੁੱਟੀ ਤੇ ਆ, 10 ਦਿਨਾਂ ਬਾਅਦ ਆਇਓ। ਮੂੰਹ ਜ਼ਬਾਨੀ ਜਦੋਂ ਆਪਾਂ ਕਾਗਜ਼ੀ ਕਾਰਵਾਈ ਕਰਦੇ ਆ, ਕਾਨੂੰਨ ਤਾਂ ਕਾਗਜ਼ ਨੂੰ ਮੰਨਦਾ ਜੀ। ਸੋ ਅਸੀਂ ਕਹਿ ਰਹੇ ਹਾਂ ਵੀ ਕੁਝ ਵੀ ਹੋਵੇ ਸਾਨੂੰ ਕੋਈ ਬੰਦਾ ਤਾਂ ਮਿਲੇ ਇੱਥੇ ਜਿਹਦੇ ਨਾਲ ਅਸੀਂ ਗੱਲ ਕਰ ਸਕੀਏ ਵੀ ਕੀ ਕਰੀਏ, ਹੁਣ ਅਗਲੀ ਕਾਰਵਾਈ ਕੀ ਹੈ। ਗੜਸ਼ੰਕਰ ਦੇ ਪਿੰਡ ਡਾਂਸੀਵਾਲ ਦੀ ਧੀ ਸੁਪ੍ਰੀਤ ਕੌਰ ਨੇ ਇਟਲੀ ਦੀ ਸਭ ਤੋਂ ਵੱਡੀ ਸਟੇਟ ਕੰਪਨੀਆਂ ਦੇ ਸ਼ਹਿਰ 32 ਪਾਲੀਆਂ ਵਿੱਚ ਗ੍ਰੈਜੂਏਸ਼ਨ ਕਰਨ ਦੌਰਾਨ 8 ਭਾਸ਼ਾਵਾਂ ਵਿੱਚ ਟੌਪ ਕਰਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ, ਜਿਸ ਦੇ ਕਾਰਨ ਉਹਨਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤੇ ਸਾਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਇੱਥੇ ਪੜ੍ਹੀ ਆ, ਬਹੁਤ ਹੁਸ਼ਿਆਰ ਸੀ ਪੜ੍ਹਨੇ ਨੂੰ, ਪੜ੍ਹ ਕੇ ਉਹ ਚਲੇ ਗਿਆ ਬਾਹਰ ਇਟਲੀ ਤੇ ਉਹਦੇ ਮੰਮੀ ਡੈਡੀ ਵੀ ਬਹੁਤ ਵਧੀਆ ਆ ਸੁਭਾਅ ਦੇ ਤੇ ਠੀਕ ਹੈ। ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਵਧਾਈਆਂ ਤੇ ਇੱਕ ਬੇਟੀ ਨੂੰ ਵੀ ਬਹੁਤ ਮੁਬਾਰਕਾਂ।
ਸਾਨੂੰ ਫੋਨ ਤੇ ਜੀ ਮੈਸੇਜ ਆਇਆ, ਸਾਨੂੰ ਪਤਾ ਲੱਗਿਆ, ਫਿਰ ਅਸੀਂ ਉਹਨਾਂ ਨੂੰ ਵਧਾਈਆਂ ਦਿੱਤੀਆਂ, ਮੰਮੀ ਡੈਡੀ ਨੂੰ, ਉਹਨਾਂ ਨੂੰ, ਸੋਨੀਆ ਨੂੰ ਤੇ ਜੋਤੀ ਨਾਲ ਵੀ ਗੱਲ ਕੀਤੀ ਸੀ ਅਸੀਂ, ਸਾਨੂੰ ਬਹੁਤ ਖੁਸ਼ੀ ਹੋਈ ਆ। ਅੱਜ ਬਹੁਤ ਸਮੇਂ ਤੋਂ ਉਡੀਕੇ ਜਾਣ ਵਾਲੇ ਸਿੰਗਿੰਗ ਰਿਐਲਿਟੀ ਸ਼ੋ ਇੰਡੀਅਨ ਆਈਡਲ, ਜੋ ਕਿ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਪ੍ਰਸਾਰਿਤ ਹੋਵੇਗਾ ਤੇ ਆਡੀਸ਼ਨ ਸ਼ਿਵਾਲਿਕ ਪਬਲਿਕ ਸਕੂਲ ਸੈਕਟਰ 78 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਲਏ ਗਏ। ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਆਡੀਸ਼ਨ ਦੌਰ ਵਿੱਚ ਇਸ ਸਥਾਨ ਤੇ ਲਗਭਗ 2000 ਐਂਟਰੀਆਂ ਹੋਈਆਂ। ਇੰਡੀਅਨ ਆਈਡਲ ਇੱਕ ਕ੍ਰਾਂਤੀਕਾਰੀ ਸ਼ੋਅ ਰਿਹਾ ਹੈ ਜੋ ਸ਼ੁਰੂਆਤੀ ਪ੍ਰਤਿਭਾਵਾਂ ਦੀ ਪਛਾਣ ਕਰਦਾ ਹੈ, ਉਹਨਾਂ ਨੂੰ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਦਾ ਹੈ ਤੇ ਉਹਨਾਂ ਨੂੰ ਸਟਾਰ ਵੀ ਬਣਾਉਂਦਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਥੀਅਰ ਨੇ ਕਿਹਾ ਕਿ ਨਿਸ਼ਾਨੇਬਾਜ਼ ਖੇਡ ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਕੌਮਾਂਤਰੀ ਪੱਧਰ ਉੱਤੇ ਵੱਡਾ ਨਾਮਣਾ ਖੱਟਿਆ। ਇਸ ਖੇਡ ਵਿੱਚ ਅੱਗੇ ਵਧਣ ਦੀ ਪੰਜਾਬੀਆਂ ਵਿੱਚ ਅਥਾਹ ਸਮਰੱਥਾ ਹੈ, ਜਿਸ ਨੂੰ ਪਛਾਣਦਿਆਂ ਇਸ ਖੇਡ ਉੱਤੇ ਹੋਰ ਵੀ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨੂੰ ਨਿਸ਼ਾਨੇਬਾਜ਼ੀ ਦਾ ਧੂਰਾ ਬਣਾਇਆ ਜਾਵੇਗਾ। ਬਠਿੰਡਾ ਦੇ ਮਲੋਟ ਰੋਡ ਤੇ ਸਥਿਤ ਰੀਜਨਲ ਪੋਲੀਟੈਕਨੀਕਲ ਕਾਲਜ ਦੇ ਪ੍ਰਸ਼ਾਸਨ ਵੱਲੋਂ ਜੇਈ ਦੀ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਨੂੰ ਕੜੇ ਉਤਾਰਨ ਲਈ ਮਜਬੂਰ ਕਰਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਾਗਾ ਦੱਸਿਆ। ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਾਲਜ ਮੁੜ ਇਦਾਂ ਦੀ ਗਲਤੀ ਨਾ ਕਰ ਸਕੇ। ਬਹੁਤ ਹੀ ਮੰਦਭਾਗੀ ਘਟਨਾ ਜਦੋਂ ਭਾਰਤ ਦੇ ਵਿੱਚ ਕਿਤੇ ਕਿਸੇ ਸਿੱਖ ਦੇ ਕਕਾਰ ਲੁਹਾਏ ਜਾਂਦੇ, ਪਰ ਇਹ ਘਟਨਾ ਸਭ ਤੋਂ ਵੱਧ ਮੰਦਭਾਗੀ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਦੇ ਉੱਤੇ ਵਾਪਰੀ ਹੈ। ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਨਿੱਜੀ ਕਾਲਜ ਦੇ ਵਿੱਚ ਇਮਤਿਹਾਨ ਦੇ ਦੌਰਾਨ ਇੱਕ ਸਿੱਖ ਨੌਜਵਾਨ ਦਾ ਕੜਾ ਉਤਰਵਾਇਆ ਗਿਆ, ਕਿਉਂਕਿ ਪੰਜਾਬ ਦੇ ਵਿੱਚ ਕੌਣ ਨਹੀਂ ਜਾਣਦਾ ਕਿ ਕਕਾਰ ਜਿਹੜਾ ਹੈ ਉਹ ਸਿੱਖਾਂ ਦਾ ਔਰ ਸਿੱਖੀ ਦਾ ਇੱਕ ਵਿਸ਼ੇਸ਼ ਜਿਹੜਾ ਅੰਗ ਹੈ, ਹਿੱਸਾ ਹੈ, ਕਕਾਰ ਹੈ। ਤਾਂ ਸਾਨੂੰ ਸ਼ੰਕਾ ਹੈ ਕਿ ਇਹ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦਾ ਜਿਹੜਾ ਹੈ ਉਹ ਕੀਤਾ ਇੱਕ ਯਤਨ ਹੋ ਸਕਦਾ ਹੈ, ਕਿਉਂਕਿ ਬਾਹਰਲੀਆਂ ਸਟੇਟਾਂ 'ਚ ਅਸੀਂ ਮੰਨ ਸਕਦੇ ਹਾਂ ਵੀ ਚਲੋ ਅਧਿਕਾਰੀਆਂ ਨੂੰ ਪਤਾ ਨਾ ਹੋਏਗਾ, ਲੇਕਿਨ ਪੰਜਾਬ ਦੀ ਧਰਤੀ ਦੇ ਉੱਤੇ ਹਰ ਸ਼ਖਸ ਚਾਹੇ ਉਹ ਕਿਸੇ ਵੀ ਮਜ਼ਹਬ ਧਰਮ ਨਾਲ ਸੰਬੰਧ ਰੱਖਦਾ ਹੈ, ਉਹ ਸਿੱਖਾਂ ਦੇ ਕਕਾਰਾਂ ਬਾਰੇ ਜ਼ਰੂਰ ਜਾਣਦਾ ਹੈ ਤੇ ਜਾਣਨ ਦੇ ਬਾਵਜੂਦ ਕੜਾ ਨੌਜਵਾਨ ਦਾ ਉਤਰਾਉਣਾ, ਸਿੱਖ ਨੌਜਵਾਨ ਦਾ ਕੜਾ ਲਹਾਉਣਾ, ਇਹ ਪੰਜਾਬ ਦੀ ਧਰਤੀ ਦੇ ਉੱਤੇ ਬੇਹੱਦ ਜਿਹੜਾ ਹੈ ਉਹ ਮੰਦਭਾਗਾ ਇੱਕ ਘਿਨਾਉਣਾ ਕਰਮ ਹੈ। ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਵੀ ਦੋਸ਼ੀ ਹੈ ਉਹਨਾਂ ਨੂੰ ਸਖਤ ਜਿਹੜਾ ਹੈ ਉਹਨਾਂ 'ਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ ਖੜ ਜਾਓ, ਉਹਨਾਂ ਨੂੰ ਆਨ ਕਰ ਲੈਂਦੇ ਹੋ ਗਿਆ ਹੁਣ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸਿੰਘ, ਪ੍ਰਿੰਸੀਪਲ ਰੀਜਨਲ ਪੋਲੀਟੈਕਨਿਕ ਕਾਲਜ। ਅੱਜ ਸਾਡੇ ਸਵੇਰੇ ਇੱਥੇ ਜੇਈ ਮੇਨ ਸੈਸ਼ਨ 2 ਜਿਹੜਾ ਹੈਗਾ ਉਸ ਦਾ ਐਗਜ਼ਾਮ ਕੰਡਕਟ ਕਰਵਾਇਆ ਜਾ ਰਿਹਾ ਜੀ, ਜਿਹੜਾ ਕਿ ਐਨਟੀਏ ਵੱਲੋਂ ਹੈਗਾ ਆ। ਇਹ ਸੈਸ਼ਨ 2 ਚੱਲ ਰਿਹਾ ਜੇਈ ਮੇਨਸ ਦਾ, ਤੇ ਉਸ ਦੀ ਚੈਕਿੰਗ ਦੇ ਦੌਰਾਨ ਜਿਹੜਾ ਹੈਗਾ ਹੈ ਕਿ ਇੱਕ ਸਟੂਡੈਂਟ ਨੂੰ ਮੈਟਲ ਡਿਟੈਕਟਰ ਦੇ ਥਰੂ ਜਿਹੜਾ ਇੱਕ ਮੈਟਲਿਕ ਚੀਜ਼ ਸੀਗੀ, ਕੜਾ ਜਿਹੜਾ ਸੀਗਾ, ਉਸ ਦੇ ਬਾਰੇ ਨੂੰ ਕਿਹਾ ਗਿਆ ਉਤਾਰਨ ਵਾਸਤੇ, ਜੋ ਕਿ ਗਾਈਡਲਾਈਨਸ ਦੇ ਵਿੱਚ ਵੀ ਮੈਂਸ਼ਨ ਹੈਗਾ। ਤੇ ਉਸ ਦੇ ਪ੍ਰਤੀ ਜੋ ਮਤਲਬ ਸਮੂਹ ਜਥੇਬੰਦੀਆਂ ਨੂੰ ਜਾਂ ਸਿੱਖ ਕੌਮ ਨੂੰ ਜੋ ਇੱਕ ਠੇਸ ਪਹੁੰਚੀ ਆ, ਉਸ ਮੈਸੇਜ ਇੱਕ ਜੋ ਕਨਵੇ ਹੋਇਆ, ਵਾਇਰਲ ਵੀਡੀਓ ਹੋਈ ਆ, ਤੇ ਉਸ ਦੇ ਲਈ ਜਿਹੜਾ ਹੈਗਾ ਮੈਂ ਮਾਫੀ ਮੰਗਦਾ ਤੇ ਹਾਈਲੀ ਅਪੋਲੋਜਾਈਜ਼। ਮੋਹਾਲੀ ਦੇ ਕੁਰਾਲੀ ਸ਼ਹਿਰ ਵਿੱਚ ਬੀਤੇ ਦਿਨੀ ਚਿੱਟੇ ਦਿਨ ਜੀਜੇ ਨੇ ਆਪਣੇ ਨੌਜਵਾਨ ਸਾਲੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜੀਜਾ ਫਰਾਰ ਚੱਲਿਆ ਆ ਰਿਹਾ ਸੀ। ਪਰ ਅੱਜ ਕਤਲ ਦੇ ਮਾਮਲੇ ਵਿੱਚ ਦੋਸ਼ੀ ਜੀਜੇ ਸਿਮਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਜੀਜੇ ਨੇ ਮੰਨਿਆ ਹੈ ਕਿ ਉਸ ਦਾ ਘਰਵਾਲੀ ਨਾਲ ਝਗੜਾ ਵੀ ਚੱਲ ਰਿਹਾ ਸੀ ਤੇ ਉਸ ਦਾ ਸਾਲਾ ਉਸ ਨੂੰ ਘਰ ਆਉਣ ਤੋਂ ਰੋਕਦਾ ਸੀ। ਅੱਜ ਪੁਲਿਸ ਨੇ ਇਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਬਹਰਾਲ ਪੁਲਿਸ ਨੇ ਉਹ ਚਾਕੂ ਵੀ ਬਰਾਮਦ ਕਰ ਲਿਆ ਜਿਸ ਨਾਲ ਸਾਲੇ ਦਾ ਕਤਲ ਕੀਤਾ ਗਿਆ ਸੀ। ਜਗਰਾਉਂ ਐਸਐਸਪੀ ਦਫ਼ਤਰ ਵਿੱਚ ਇੱਕ ਥਾਣੇਦਾਰ ਦੇ ਰਾਤ ਦੀ ਡਿਊਟੀ ਤੇ ਜਾਣ ਸਮੇਂ AK-47 ਦੇ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮ੍ਰਿਤਕ ਥਾਣੇਦਾਰ ਦਾ ਨਾਮ ਗੁਰਜੀਤ ਸਿੰਘ ਤੇ ਉਸ ਦੀ ਉਮਰ 45 ਸਾਲ ਦੀ ਸੀ। ਮ੍ਰਿਤਕ ਥਾਣੇਦਾਰ ਦੀ ਰਾਤ ਨੂੰ ਜਗਰਾਉਂ ਮੋਗਾ ਹਾਈਵੇ ਤੇ LMG ਵਾਲੀ ਗੱਡੀ ਤੇ ਨਾਲ ਹੁੰਦੀ ਹੋਈ ਡਿਊਟੀ ਦਿਨ ਦੇ ਮੁਲਾਜ਼ਮ ਤੋਂ AK-47 ਲੈਣ ਸਮੇਂ ਚੈੱਕ ਕਰਨ ਤੇ ਗੋਲੀ ਚੱਲ ਗਈ। ਜਦੋਂ ਉਹ ਉਸ ਦੀ ਛਾਤੀ ਵਿੱਚ ਗੋਲੀ ਲੱਗੀ ਤਾਂ ਉਸ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪਹੁੰਚਾ ਦਿੱਤਾ। ਪਰਿਵਾਰਕ ਮੈਂਬਰ ਸਾਡਾ ਭਣੋਈਆ ਸੀਗਾ, ਇਹ ਪੁਲਿਸ ਲਾਈਨ ਤੋਂ ਪਿਓਰ ਡਿਊਟੀ ਕਰਦਾ ਹੈ। ਅੱਜ ਵੀ ਇਹਨੇ 7:30 ਵਜੇ ਡਿਊਟੀ ਸਟਾਰਟ ਕਰਨੀ ਸੀਗੀ। ਜਦੋਂ ਅਸੀਂ ਮਤਲਬ ਪੁਲਿਸ ਵਾਲੇ ਡਿਊਟੀ ਸਟਾਰਟ ਕਰਦੇ ਹਾਂ, ਕੋਈ ਵੈਪਨ ਆ ਚੈੱਕ ਕਰਕੇ ਲੈਣਾ ਹੁੰਦਾ ਵੀ ਵਿੱਚ ਕੋਈ ਠੀਕ ਹੈ ਸਾਰੇ ਪੁਰਜੇ ਵਗੈਰਾ ਮੇ ਵੀ ਉੱਚ ਕੋਈ ਰੌਂਦ ਚੜਿਆ ਹੋਊਗਾ। ਜਦੋਂ ਚੈੱਕ ਕਰ ਲਾਂਗਾ ਰੌਂਦ ਚੱਲ ਗਿਆ ਇੱਕਦਮ ਛਾਤੀ ਤੇ ਲੱਗ ਕੇ, ਜਿਸ ਨਾਲ ਇਹ ਹਾਦਸਾ ਵਾਪਰ ਗਿਆ ਜੀ। ਤੇ ਉਹ ਜਿਹੜੇ ਗੋਲੀ ਫਿਰ ਸਿੱਧੀ ਦਿਲ ਤੇ ਲੱਗੀ? ਹਾਂਜੀ, ਛਾਤੀ ਤੇ ਲੱਗੀ ਹੈ ਜੀ। ਤੇ ਹੁਣ ਡੈਥ ਹੋ ਚੁੱਕੀ ਆ? ਡੈਥ ਹੋ ਚੁੱਕੀ।
ਫਸਲਾਂ ਦੀ ਐਮਐਸਪੀ ਕਾਨੂੰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ 31 ਜੁਲਾਈ ਨੂੰ ਸੰਘਰਸ਼ ਵਿਖੇ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਉੱਥੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 31 ਜੁਲਾਈ ਨੂੰ ਟ੍ਰੇਨਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮਾਮਲੇ ਦੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਉਹਨਾਂ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਤੇ ਉਹ ਜੋ ਸੰਘਰਸ਼ ਕਰ ਰਹੇ ਹਨ ਉਹ ਕੇਂਦਰ ਸਰਕਾਰ ਦੇ ਖਿਲਾਫ ਹਨ, ਜਦਕਿ ਪੰਜਾਬ ਦੇ ਹਰ ਕਿਸਾਨ ਨਾਲ ਉਹਨਾਂ ਦੀ ਸਰਕਾਰ ਖੜੀ ਹੈ ਤੇ ਉਹਨਾਂ ਦਾ ਸਮਰਥਨ ਕਰਦੀ ਹੈ। ਜੋ ਸੈਂਟਰ ਸਰਕਾਰ ਦੇ ਖਿਲਾਫ ਜੋ ਮਰਜ਼ੀ ਡੱਕਣ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹਮੇਸ਼ਾ ਹੀ ਚਟਾਨ ਦੀ ਤਰ੍ਹਾਂ ਖੜੀ ਹੈ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਮਸਲੇ ਹੱਲ ਕਰੋ। ਤੁਸੀਂ ਫੇਰ ਮੀਟਿੰਗ ਲਓਗੇ ਕਿਸਾਨਾਂ ਨਾਲ? ਬਿਲਕੁਲ ਲਾਂਗੇ, ਜਦੋਂ ਲੋੜ ਪਈ ਉਦੋਂ ਮੀਟਿੰਗ ਲਾਂ, ਕੋਈ ਗੱਲ ਨਹੀਂ। ਜੀ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਪੰਜਾਬ ਨੂੰ ਹੱਸਦਾ ਖੇਡਦਾ ਪੰਜਾਬ ਬਣਾਉਣਾ ਚਾਹੁੰਦੇ ਹਾਂ। ਇਸ ਕਰਕੇ ਇਹ ਜਿਹੜਾ ਪਿੰਡ ਹੈ, ਇਹ ਜਿਹੜਾ ਖੇਡ ਮੇਲਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਏਗਾ ਔਰ ਜਦੋਂ ਵੀ ਇਹਨਾਂ ਨੂੰ ਕੋਈ ਲੋੜ ਪਊਗੀ ਪੰਜਾਬ ਸਰਕਾਰ ਦੀ ਕਿਸੇ ਵੀ ਕਿਸਮ ਦੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ, ਪੰਜਾਬ ਸਰਕਾਰ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਚਟਾਨ ਦੀ ਤਰ੍ਹਾਂ ਖੜੀ ਹੈ ਔਰ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇੱਦਾਂ ਹੀ ਆਪਣੇ ਮੇਲੇ ਨੂੰ ਜਾਰੀ ਰੱਖਣ। ਸਾਨੂੰ ਇਹਨਾਂ ਦੇ ਸੱਦਿਆ, ਅੱਜ ਇਹਨਾਂ ਦਾ ਬਹੁਤ ਧੰਨਵਾਦ ਕਿ ਇੰਨੇ ਵਧੀਆ ਲੋਕਾਂ ਨਾਲ ਮਿਲਾਇਆ, ਇੰਨੇ ਵਧੀਆ ਖਿਡਾਰੀਆਂ ਨਾਲ ਮਿਲਾਇਆ ਔਰ ਅਸੀਂ ਮੌਕੇ ਤੇ ਆ ਕੇ ਮੇਲਾ ਵੇਖਿਆ। ਸਭ ਨੂੰ ਬਹੁਤ ਬਹੁਤ ਵਧਾਈ। ਸੀਬੀਐਸਈ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। ਉੱਥੇ ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਵਿਦਿਆਰਥੀ ਜਸਲੀਨ ਕੌਰ ਨੇ 98.8% ਦੀ ਨੰਬਰ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉੱਥੇ ਜਸਲੀਨ ਕੌਰ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਹੈ ਕਿ ਉਹ ਇੱਕ IAS ਅਧਿਕਾਰੀ ਬਣੇ। ਮੇਰਾ ਨਾਮ ਨਵਰੂਪ ਕੌਰ ਹੈ ਤੇ ਮੈਂ 2021 ਦੀ 21-22 ਦੀ ਆਪਣੀ 10ਵੀਂ ਦੀ ਪ੍ਰੀਖਿਆ ਦਿੱਤੀ ਹੈ, ਜਿਹਦੇ ਵਿੱਚੋਂ ਮੇਰੇ 95.4% ਆਏ ਨੇ। ਐਂਡ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੂੰਗੀ ਕਿ ਜਿੰਨੇ ਵੀ ਸਾਡੇ ਇੱਥੇ ਟੀਚਰ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ, ਜਿਹਦੀ ਵਜ੍ਹਾ ਤੋਂ ਸਾਨੂੰ ਨਾ ਤਾਂ ਕਿਸੇ ਟਿਊਸ਼ਨ ਦੀ ਲੋੜ ਪਈ, ਨਾ ਮੈਨੂੰ ਕਿਸੇ YouTube ਚੈਨਲ ਤੋਂ ਐਕਸਟਰਾ ਕਲਾਸਿਸ ਲਾਉਣ ਦੀ ਲੋੜ ਪਈ। ਤਾਂ ਮੈਂ ਸਿਰਫ ਆਪਣੀ NCERT ਤੇ ਧਿਆਨ ਦਿੱਤਾ, ਮੈਂ ਹੋਰ ਕੋਈ ਬੁੱਕ ਨਹੀਂ ਪੜ੍ਹੀ ਐਂਡ ਉਹਦੀ ਵਜ੍ਹਾ ਤੋਂ ਮੇਰੇ ਜਿੰਨੇ ਵੀ ਪ੍ਰਤੀਸ਼ਤ ਆਏ ਨੇ, ਮੈਂ +2 'ਚ ਕੋਸ਼ਿਸ਼ ਕਰਾਂਗੀ ਕਿ ਇਸ ਤੋਂ ਬਾਅਦ ਆਪਣਾ ਹੋਰ ਹਾਰਡ ਵਰਕ ਕਰਕੇ ਹੋਰ ਅੰਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂ। ਮੈਂ ਦ ਮਿਲੇਨੀਅਮ ਸਕੂਲ ਵਿੱਚ ਪੜ੍ਹਦੀ ਹਾਂ ਅਤੇ ਮੇਰਾ ਨਾਮ ਜਸਲੀਨ ਕੌਰ ਹੈ ਅਤੇ ਮੇਰੇ ਨੰਬਰ 10ਵੀਂ ਜਮਾਤ ਵਿੱਚ 98.8% ਆਏ ਹਨ ਅਤੇ ਮੈਂ ਸਿਟੀ ਟੌਪਰ ਹਾਂ ਅਤੇ ਮੇਰਾ ਸੁਪਨਾ ਵੱਡੇ ਹੋ ਕੇ IAS ਬਣਨ ਦਾ ਹੈ, ਕਿਉਂਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ ਅਤੇ ਮੈਂ ਆਪਣੇ ਦੇਸ਼ ਵਿੱਚੋਂ ਕਰਪਸ਼ਨ ਮੁਕਾ ਕੇ ਆਪਣੇ ਦੇਸ਼ ਨੂੰ ਇੱਕ ਵਧੀਆ ਸਥਾਨ 'ਤੇ ਲੈ ਕੇ ਆਉਣਾ ਚਾਹੁੰਦੀ ਹਾਂ। ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਮੇਰੇ ਇੰਨੇ ਜ਼ਿਆਦਾ ਨੰਬਰ ਆਏ। ਕਿੰਨੇ ਪਰਸੈਂਟ ਆਏ ਬੇਟਾ ਤੁਹਾਡੇ? ਮੇਰੇ 90.4% ਆਏ ਨੇ। ਮੇਰਾ ਨਾਮ ਕੁਲਤਾਜ ਸਿੰਘ ਤੇ ਮੈਂ ਐਮ ਦਾ ਪ੍ਰਿੰਸੀਪਲ ਹੈਗਾ ਸਕੂਲ ਦੇ ਵਿੱਚ ਤੇ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਕਿ ਸਾਡੇ ਬੱਚਿਆਂ ਦਾ CBSE ਆਲ ਇੰਡੀਆ ਸੀਨੀਅਰ ਸਕੂਲ ਐਗਜ਼ਾਮੀਨੇਸ਼ਨ ਦਾ ਰਿਜ਼ਲਟ ਆਇਆ। ਇਹ ਸਾਡੇ ਸਕੂਲ ਦਾ ਪਹਿਲਾ ਬੈਚ ਸੀਗਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬੱਚੇ ਨੇ ਸਿਟੀ ਨੂੰ ਟੌਪ ਕੀਤਾ ਹੈ। ਉਹਦੇ ਨੰਬਰ ਆਏ ਹਨ 98.8%। ਉਹਦਾ ਨਾਮ ਹੈ ਜਸਲੀਨ ਕੌਰ। ਦੂਜਾ ਬੱਚਾ ਹੈਗਾ ਨਵਰੂਪ ਕੌਰ, ਉਹਦੇ ਨੰਬਰ ਹੈਗੇ 95.4। ਤੀਸਰਾ ਬੱਚਾ ਹੈਗਾ ਮੁਹੱਬਤਪਾਲ ਸਿੰਘ, ਉਹਨੇ ਸਕੋਰ ਕੀਤਾ 90.4 ਮਾਰਕਸ। ਸੋ ਇਹ ਸਾਡੇ 15 ਬੱਚੇ ਅਪੀਅਰ ਹੋਏ ਸੀ ਐਗਜ਼ਾਮ ਦੇ ਵਿੱਚ, ਸਾਡਾ 100% ਰਿਜ਼ਲਟ ਹੈ। ਇਹਦਾ ਸਾਰਾ ਹੀ ਸ਼੍ਰੇਅ ਮੈਂ ਦਿੰਦਾ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਜਿਸ ਸਟਾਫ ਨੇ ਉਹਨਾਂ ਨੂੰ ਸਾਰਾ ਸਾਲ ਪੂਰੀ ਮਿਹਨਤ ਕੀਤੀ ਹੈ ਤੇ ਉਹਨਾਂ ਦੇ ਪੇਰੈਂਟਸ, ਉਹਨਾਂ ਨੇ ਸਾਨੂੰ ਸਪੋਰਟ ਕੀਤਾ ਪੂਰਾ ਸਾਲ। ਜੋ ਸਕੂਲ ਨੇ ਕਿਹਾ ਐਕਸਟਰਾ ਕਲਾਸਾਂ ਲਾਈਆਂ, ਸਕੂਲ ਤੋਂ ਬਾਅਦ ਬੱਚੇ ਰੁਕੇ। ਸੋ ਮਿਲੇਨੀਅਮ ਸਕੂਲ ਉਹਨਾਂ ਦਾ ਕੋਟੀ ਉਹਨਾਂ ਨੂੰ ਧੰਨਵਾਦ ਕਰਦਾ ਹੈ ਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਾਲਾਂ 'ਚ ਅਸੀਂ ਹਰ ਸਾਲ ਇੱਕ ਬੱਚਾ ਇਹੋ ਜਿਹਾ ਦਈਏ ਕਿ ਉਹ ਸਿਟੀ ਨੂੰ ਟੌਪ ਕਰੇ ਤੇ ਸਕੂਲ ਦਾ ਨਾਮ ਰੌਸ਼ਨ ਕਰੇ। ਲੁਧਿਆਣਾ ਦੇ RK ਰੋਡ ਟੈਕਸਟਾਈਲ ਕਲੋਨੀ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਇਲਾਕਾ ਨਿਵਾਸੀ ਅਤੇ ਇੰਡਸਟਰੀ ਵਾਲਿਆਂ ਨੇ ਵਿਰੋਧ ਜਤਾਇਆ। ਉਧਰ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਨੂੰ ਐਵੇਂ ਲੱਗਦਾ ਹੈ ਜਿਵੇਂ ਸਾਡੇ ਏਰੀਏ ਦੇ ਵਿੱਚ ਮੁਹੱਲਾ ਕਲੀਨਿਕ ਖੁੱਲ ਚੁੱਕਿਆ ਹੈ, ਪਰ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਉਹ ਸ਼ਰਾਬ ਦਾ ਠੇਕਾ ਸੀ। ਮਾਮਲਾ ਜੀ ਇਹ ਠੇਕੇ ਕਰਕੇ ਅਸੀਂ ਵਿਰੋਧ ਪ੍ਰਦਰਸ਼ਨ ਕੀਤਾ ਜੀ, ਕਿਉਂਕਿ ਠੇਕਾ ਖੁੱਲ੍ਹਣ ਨਾਲ ਇੱਥੇ ਸਾਰੇ ਫੈਕਟਰੀਆਂ ਵਾਲੇ ਲੇਬਰ ਤੋਂ ਡਰੇ ਹੋਏ ਨੇ ਜੀ। ਕੱਲ੍ਹ ਨੂੰ ਕੋਈ ਸੱਟ ਖਾ ਜਾਵੇ ਜਾਂ ਪੀ ਕੇ ਆ ਜਾਵੇ ਜਾਂ ਇੱਥੇ ਕੱਲ੍ਹ ਨੂੰ ਲੜਾਈ ਝਗੜਾ ਹੋਵੇ, ਉਹਦਾ ਜ਼ਿੰਮੇਵਾਰ ਕੌਣ ਆ? ਅਸੀਂ ਤਾਂ ਖੁਸ਼ ਹੋ ਗਏ ਸੀ ਵੀ ਇੱਥੇ ਮਹੱਲਾ ਕਲੀਨਿਕ ਖੁੱਲ੍ਹਣ ਲੱਗੀ ਆ। ਅਸੀਂ ਭਗਵੰਤ ਮਾਨ ਦਾ ਧੰਨਵਾਦ ਕਰਨ ਲੱਗੇ ਸੀਗੇ। ਇਹ ਤਾਂ ਗਲੀ ਇਹਨਾਂ ਨੇ ਮਹੱਲੇ 'ਚ ਠੇਕੇ ਖੋਲ੍ਹ ਕੇ ਰੱਖਦੇ। ਦੱਸੋ ਕੀ ਕਰੀਏ ਇਹਦਾ? ਧੰਨਵਾਦ ਕਰੀਏ ਕਿ ਵਿਰੋਧ ਕਰੀਏ ਇਹਨਾਂ ਦਾ? ਫੈਕਟਰੀਆਂ ਨੇ, ਰਿਹਾਇਸ਼ ਵੀ ਆ, ਬੱਚੇ ਵੀ ਨਿਕਲਦੇ, ਜਨਾਨੀਆਂ ਵੀ ਨਿਕਲਦੀਆਂ ਨੇ। ਦੱਸੋ ਮਹੱਲੇ ਵਾਲੀ ਜਗ੍ਹਾ ਇਹ ਕਲੋਨੀ ਦੀ। ਘਰ ਦੇ ਵਿੱਚ ਖੋਲਿਆ? ਹਾਂਜੀ, ਘਰ 'ਚ ਖੋਲ੍ਹਿਆ ਹੋਇਆ, ਇਹ ਸਾਹਮਣੇ ਦੇਖ ਸਕਦੇ ਹੋ ਤੁਸੀਂ।
ਇਹ ਹੋਇਆ ਜੀ ਅੱਜ ਦੁਪਹਿਰੇ ਆ ਕੇ ਠੇਕੇ ਦਾ ਬੋਰਡ ਲੱਗ ਗਿਆ ਜੀ। ਸਾਨੂੰ ਅਸੀਂ ਹੈਰਾਨ ਹੋ ਗਏ ਵੀ ਆ ਮਹੱਲੇ 'ਚ ਇੱਥੇ ਪਰ ਕਿਵੇਂ ਆ ਗਏ ਠੇਕੇ। ਜਿਹਨੇ ਆਉਣਾ ਸ਼ਾਮ ਨੂੰ ਆ ਕੇ ਕੋਈ ਸ਼ਰਾਰਤਾਂ ਕਰੇਗਾ, ਕੋਈ ਸ਼ਰਾਬ ਪੀਏਗਾ, ਕੋਈ ਇੱਧਰ ਆ ਕੇ ਡਿੱਗੇਗਾ। ਪ੍ਰਵਾਸੀ ਇੱਥੇ ਲੇਬਰ ਹੈਗੀ ਹੈ, ਉਹਨਾਂ ਨੇ ਆ ਕੇ ਲੈਣਾ। ਉਹਨਾਂ ਨੇ ਜਗ੍ਹਾ ਤਾਂ ਦੇਖ ਨਹੀਂ ਲੱਗੀ, ਜਿੰਦੀ ਫੈਕਟਰੀ ਦੇ ਵਿੱਚ ਜਗ੍ਹਾ ਅੱਗੇ ਖੜੀ ਹੋਈ ਖਾਲੀ ਹੋਈ, ਉੱਥੇ ਉਹਨਾਂ ਨੇ ਬੈਠ ਕੇ ਦਾਰੂ ਪੀ ਜਾਣੀ ਹੈ ਜੀ। ਇਹ ਰਿਹਾਇਸ਼ੀ ਏਰੀਆ ਜੀ, ਇੰਡਸਟਰੀ ਏਰੀਆ ਵੀ ਹੈਗਾ। ਸਾਡੀ ਲੇਬਰ ਰਾਤ ਨੂੰ ਕੰਮ ਕਰਦੀ ਹੈ, ਕਿਤੇ ਉਹ ਵੀ ਦਾਰੂ ਪੀ ਕੇ ਕੰਮ ਕਰੇਗੀ ਤੇ ਐਕਸੀਡੈਂਟ ਹੋਣ ਦਾ ਖਤਰਾ ਹੈਗਾ ਜੀ। ਤਸਵੀਰਾਂ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਐਲਜੀ ਕੋ ਸਟੇਟ ਦੀਆਂ ਹਨ, ਜਿੱਥੇ ਲੁਧਿਆਣਾ ਪੁਲਿਸ ਵੱਲੋਂ ਅੱਜ ਫੋਰੈਸਟ ਡਿਪਾਰਟਮੈਂਟ ਦੇ ਨਾਲ ਮੇਲ ਉਹਦੀ ਲਗਾਏ ਗਏ ਤਾਂ ਉੱਥੇ ਹੀ ਐਲਜੀ ਕੋ ਸਟੇਟ ਦੇ ਨਿਵਾਸੀਆਂ ਦੇ ਨਾਲ ਮੀਟਿੰਗ ਕਰ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਕਲੋਨੀ ਨਿਵਾਸੀਆਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਲਗਾਤਾਰ ਵੱਧ ਰਹੇ ਕੇਸਾਂ ਨੂੰ ਜਿਸ ਨੂੰ ਦੇਖਦੇ ਹੋਏ ਉਹਨਾਂ ਪੁਲਿਸ ਨੂੰ ਮੰਗ ਕੀਤੀ ਹੈ ਕਿ ਕਲੋਨੀ ਦੇ ਬਾਹਰ ਇੱਕ ਚੌਂਕੀ ਬਣਾਈ ਜਾਵੇ ਤਾਂ ਕਿ ਕ੍ਰਾਈਮ ਤੇ ਠੱਲ ਪੈ ਸਕੇ। ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਜੀ ਦੇ ਹੁਕਮ ਅਨੁਸਾਰ ਅੱਜ ਪੂਰੇ ਲੁਧਿਆਣਾ ਦੇ ਵਿੱਚ ਬੂਟੇ ਲਗਾਏ ਗਏ ਹੈ। ਇਹ ਬੂਟੇ ਜੋ ਹੈ ਲੁਧਿਆਣਾ ਦੇ ਹਰ ਸ਼ਹਿਰ ਦੇ ਹਰ ਥਾਣੇ ਵਿੱਚ, ਚੌਂਕੀ ਵਿੱਚ, ਪੁਲਿਸ ਲਾਈਨ ਵਿੱਚ ਲਗਾਏ ਗਏ ਹੈ। ਇਸ ਤੋਂ ਇਲਾਵਾ ਵੀ ਜਿਹੜੇ ਸਾਨੂੰ ਬਹੁਤ ਵਧੀਆ ਜਗ੍ਹਾ ਮਿਲੀਆਂ ਜਿੱਥੇ ਦਰਖਤ ਲਾਉਣ ਦੀ ਜ਼ਰੂਰਤ ਸੀ, ਉੱਥੇ ਵੀ ਲਗਾਏ ਗਏ। ਔਰ ਇਸ ਲੜੀ ਦੇ ਤਹਿਤ ਅੱਜ ਅਸੀਂ ਐਲਡਕੋ ਕੰਪਨੀ ਜੋ ਸੁਸਾਇਟੀ ਦੀ ਬਣੀ ਹੋਈ ਹੈ, ਉਹਨਾਂ ਦੇ ਕਹਿਣ 'ਤੇ ਵੀ ਅਸੀਂ ਇੱਥੇ ਪਹੁੰਚੇ ਹਾਂ। ਜੋ ਇੱਥੇ ਵੀ ਕਾਫੀ ਅਸੀਂ ਬੂਟੇ ਲਾਏ ਹੈ, ਜੋ ਇਸ ਸੁਸਾਇਟੀ ਨੇ ਬਹੁਤ ਯੋਗਦਾਨ ਦਿੱਤਾ ਹੈ ਇਸ ਬੂਟੇ ਲਾਉਣ ਵਿੱਚ। ਔਰ ਸੁਸਾਇਟੀ ਵੱਲੋਂ ਇੱਕ ਸਾਨੂੰ ਪੋਸਟ ਵੀ ਤਿਆਰ ਕਰਕੇ ਦਿੱਤੀ ਗਈ ਹੈ, ਜੋ ਅਸੀਂ ਮਾਨਯੋਗ ਸੀਪੀ ਸਾਹਿਬ ਜੀ ਨੂੰ ਰਿਕੁਐਸਟ ਕਰਾਂਗੇ ਕਿ ਇੱਥੇ ਜਿਹੜੀ ਚੌਕੀ ਬਣਾਈ ਜਾਵੇ। ਜੋ ਇਸ ਸੰਬੰਧੀ ਇਹਨਾਂ ਨੇ ਇੱਕ ਮੰਗ ਪੱਤਰ ਵੀ ਦਿੱਤਾ ਹੈ, ਜੋ ਅਸੀਂ ਮੰਗ ਪੱਤਰ ਵੀ ਸੀਪੀ ਸਾਹਿਬ ਦੇ ਪੇਸ਼ ਕਰਾਂਗੇ। ਇਸ ਕਿਉਂਕਿ ਮੇਨ ਜੀਟੀ ਰੋਡ ਦੇ ਉੱਤੇ ਸੁਸਾਇਟੀ ਬਣੀ ਹੋਈ ਹੈ ਔਰ ਇੱਥੇ ਲੁੱਟ ਖੋਹ ਕਾਫੀ ਹੁੰਦੀਆਂ ਸੀਗੀਆਂ, ਜਿਸ ਕਰਕੇ ਇਸ ਚੌਕੀ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਫਿਰ ਵੀ ਅਸੀਂ ਇੱਥੇ PCR ਦੀ ਗਸ਼ਤ ਕਾਫੀ ਲਗਾਈ ਹੋਈ ਹੈ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਵਾਪਰ ਸਕੇ ਔਰ ਕਿਸੇ ਤਰ੍ਹਾਂ ਦੀ ਲੁੱਟ ਖੋਹ ਨਾ ਹੋ ਸਕੇ। ਸ਼੍ਰੀ ਸੋਮਨਾਥ ਜੀ ACP ਸਾਹਿਬ ਸਾਡੇ ਕੋਲ ਆਏ ਨੇ। ਰੰਧਾਵਾ ਜੀ ਦਾ ਰਾਤੀ ਫੋਨ ਆਇਆ ਸੀਗਾ ਤੇ ਸਾਨੂੰ ਇਹਨਾਂ ਨੇ ਜਿਹੜੀ ਡਿਊਟੀ ਲਾਈ ਸੀ ਅਸੀਂ ਸਾਰੀ ਮਤਲਬ ਕੀਤੀ ਨੇ। ਅਸੀਂ ਇਹਨਾਂ ਨੂੰ ਕਿਹਾ ਸੀ ਸਾਡੀ ਜਿਹੜੀ ਚੌਂਕੀ ਬਣਾਈ ਸੀ ਤੁਸੀਂ ਪੋਸਟ ਇਹਨੂੰ ਪੱਕਾ ਕਰ ਦਿਓ, ਆਉਣ ਵਾਲੇ ਟਾਈਮ ਦੇ ਵਿੱਚ ਕ੍ਰਾਈਮ ਘਟ ਸਕੇ, ਜਿਹਦੇ ਨਾਲ ਲਾਡੋਵਾਲ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਇੱਕੋ ਹੀ ਪੋਸਟ ਹੈਗੀ ਇਹ। ਇਹਨੂੰ ਜੇ ਪੱਕੀ ਕਰ ਦੋਗੇ ਤੇ ਕੋਈ ਵੀ ਕ੍ਰਾਈਮ ਜਦੋਂ ਸ਼ਹਿਰ ਦੇ ਵਿੱਚੋਂ ਕੋਈ ਆਏਗਾ ਨਾ ਕਰਕੇ ਇੱਥੇ ਫੜਿਆ ਜਾ ਸਕਦਾ, ਕਾਫੀ ਮਤਲਬ ਰੋਕ ਲੱਗ ਸਕਦੀ ਉਹਦੇ। ਤੇ ACP ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ, ਇਹ ਅਸੀਂ CP ਸਾਹਿਬ ਨੂੰ ਜਿਹੜੀ ਲੈਟਰ ਦਿੱਤੀ ਹੈ ਤੇ ਇਹ ਸਾਡੀ ਅੱਗੇ ਮਤਲਬ ਦੇਣਗੇ ਤੇ ਕੋਸ਼ਿਸ਼ ਪੂਰੀ ਕਰਨਗੇ ਕਿ ਇਹਨੂੰ ਪੱਕੀ ਕਰਾਈ ਜਾਵੇ। ਭਾਰਤ ਪਾਕ ਸੀਮਾ ਦੇ ਨਾਲ ਲੱਗਦੇ ਸਰਹੱਦੀ ਕਸਬਾ ਖੇਮਕਰਨ ਦਾ ਸਰਕਾਰੀ ਹਸਪਤਾਲ ਜੋ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਇਸ ਹਸਪਤਾਲ ਵਿੱਚ ਨਾ ਕੋਈ ਡਾਕਟਰ ਮਿਲਦਾ ਹੈ ਤੇ ਨਾ ਹੀ ਦਵਾਈਆਂ, ਜਿਸ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਹਸਪਤਾਲ ਨੂੰ 15 ਅਗਸਤ ਨੂੰ ਖੁੱਲਣ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਸ਼ਾਮਲ ਕਰ ਦਿੱਤਾ ਜਾਵੇ, ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲ ਜਾਵੇ। ਵੀ ਜਿਹੜਾ ਸਾਡਾ ਇਹ ਖੇਮਕਰਨ ਦਾ ਹਸਪਤਾਲ ਆ, ਜਿਹਨੂੰ ਘੱਟ ਤੋਂ ਘੱਟ 12-14 ਪਿੰਡ ਪੈਂਦੇ ਨੇ, ਜਿਹਦੇ ਵਿੱਚ ਅੱਜ ਦੇਖੋ ਹਸਪਤਾਲ ਦੇ ਵਿੱਚ ਕੋਈ ਵੀ ਮੁਲਾਜ਼ਮ ਨਹੀਂ ਸਿਵਾਏ 4 ਕਲਾਸ ਤੋਂ। ਮਤਲਬ ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਆ ਜਿਹੜਾ ਹਸਪਤਾਲ ਆ 160 ਬੈੱਡਾਂ ਦਾ, ਇਹਨੂੰ ਡਾਕਟਰ ਚੰਗਾ ਦਿੱਤਾ ਜਾਵੇ। ਸਾਨੂੰ ਜ਼ਿਆਦਾ ਨਹੀਂ ਤੇ 2-3 ਡਾਕਟਰ ਸਾਨੂੰ ਦਿੱਤੇ ਜਾਣ, ਜਿਹਦੇ ਨਾਲ ਸਾਡਾ ਜਿਹੜਾ ਲੋਕਾਂ ਦਾ ਭਲਾ ਹੋ ਸਕੇ। ਕਿਉਂਕਿ ਇੱਥੋਂ 100 ਕਿਲੋਮੀਟਰ ਦੇ ਲਗਭਗ ਸਾਨੂੰ ਅੰਮ੍ਰਿਤਸਰ ਪੈਂਦਾ ਹੈ, ਜਿੱਥੇ ਕਿ ਜ਼ਿਆਦਾ ਜਿਹੜਾ ਸੀਰੀਅਸ ਪੇਸ਼ੈਂਟ ਉੱਥੇ ਨਹੀਂ ਪਹੁੰਚ ਸਕਦਾ। ਅਸੀਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਸਾਨੂੰ ਇਹ ਡਾਕਟਰ ਦਿੱਤੇ ਜਾਣ। ਜਿਹੜੇ ਭਗਵੰਤ ਮਾਨ ਜੀ ਨੇ ਇਹ ਐਲਾਨ ਕੀਤਾ ਸੀ ਵੀ ਮੈਂ 75 ਜਿਹੜੇ ਹਸਪਤਾਲ ਆ ਇਹ ਮੈਂ ਮਤਲਬ ਖੋਲ੍ਹ ਦਿੱਤੇ ਜਾਣਗੇ, ਜਿਹਦੇ ਵਿੱਚ ਸਾਡਾ ਖੇਮਕਰਨ ਵਾਲਾ ਵੀ ਇਹ ਆਪਣਾ ਵਿੱਚ ਸ਼ਾਮਲ ਕੀਤਾ ਜਾਵੇ। ਅਸੀਂ ਪਰਜੋਰ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਜਿਹੜਾ ਸਾਡਾ ਕੰਮ ਕਿਤੇ ਮੰਗ ਕਰਦੇ ਪਏ ਇਲਾਕੇ ਤੋਂ, ਜੇਕਰ ਇਹ ਮਤਲਬ ਸਾਡੀ ਆਵਾਜ਼ ਨਾ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਤੇ ਸਾਡੇ ਕੋਲ ਫਿਰ ਜਿਹੜਾ ਦੂਜਾ ਸੰਘਰਸ਼ ਦਾ ਰਸਤਾ ਹੈ ਉਹ ਅਸੀਂ ਅਪਣਾਵਾਂਗੇ, ਜਿਹਦੇ ਵਿੱਚ ਲਗਾਤਾਰ ਲੰਮੇ ਸਮੇਂ ਵਾਸਤੇ ਇਹ ਅਸੀਂ ਜਿਹੜਾ ਧਰਨਾ ਜਾਂ ਮੁਜ਼ਾਹਰਾ ਜਾਂ ਕੋਈ ਵੀ ਰੋਸ ਅਸੀਂ ਇਹ ਪ੍ਰਗਟ ਕਰਾਂਗੇ। ਕਿਉਂਕਿ ਸਾਡੀ ਜਿਹੜੀ ਬਿਲਡਿੰਗ ਬੰਦ ਬੂਹੇ ਹੋਣ ਕਰਕੇ ਢਹਿੰਦੀ ਜਾ ਰਹੀ ਹੈ। ਕੋਈ ਸਾਨੂੰ ਇਹਦਾ ਕੋਈ ਫਾਇਦਾ ਨਹੀਂ। ਡੰਗਰ ਵੀ ਇੱਥੇ ਫਿਰਦੇ ਨੇ, ਕੋਈ ਗੱਲ ਨਹੀਂ, ਗੇਟ ਖੁੱਲ੍ਹੇ ਨੇ ਤੇ ਕੋਈ ਵਾਸੀ ਨਹੀਂ ਇੱਥੇ ਹੈਗਾ ਹਸਪਤਾਲ ਦੇ ਵਿੱਚ। ਸਾਨੂੰ ਕੋਈ ਵੀ ਇਹਦੀ ਸਹੂਲਤ ਨਹੀਂ ਸਿਵਾਏ ਇੱਕ ਨਸ਼ੇ ਦੀਆਂ ਗੋਲੀਆਂ ਤੋਂ। ਬੇਨਤੀ ਸਾਡੀ ਕਬੂਲ ਕੀਤੀ ਜਾਵੇ। CM ਸਾਹਿਬ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹ ਕੇ ਪੰਜਾਬ ਵੱਲੇ ਧਿਆਨ ਕਰੋ। ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪੁਨੀਆ ਵਿਖੇ ਇੱਕ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਬਾਂਹ ਤੋੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਸ ਵੱਲੋਂ ਇਸ ਸੰਬੰਧੀ ਪੁਲਿਸ ਚੌਂਕੀ ਘੜਿਆਲਾ ਵਿਖੇ ਦਰਖਾਸਤ ਵੀ ਦਿੱਤੀ ਗਈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਗਰੀਬ ਮਜ਼ਦੂਰ ਰੇਸ਼ਮ ਸਿੰਘ ਦੇ ਹੱਕ ਵਿੱਚ ਨਿਤਰੇ ਹੈੱਡ ਪ੍ਰਚਾਰਕ ਤਰਨਾ ਦਲ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਰੇਸ਼ਮ ਸਿੰਘ ਨੂੰ ਇਨਸਾਫ ਦਿਵਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਭੈਣ ਜੀ ਤੁਹਾਡਾ ਵੀਰਪਾਲ ਤੇ ਕੀ ਗੱਲ ਹੋਈ ਆ ਵੀਰ ਦੀ ਜਿਹੜੀ ਬਾਂਹ ਟੁੱਟੀ ਹੈ? ਭਾਜੀ ਅਸੀਂ ਨੂੰ ਝੋਨਾ ਲਾਉਣ ਜਾਂਦੇ ਸੀ ਤੇ ਵੱਟ ਤੇ ਤੁਰੇ ਜਾਣ ਡਏ ਤੇ ਭਾਜੀ ਨੇ ਨਾ ਦੇਣਾ ਉਹਦਾ 1000 ਰੁਪਇਆ। ਇਹਨੇ 2 ਕਿੱਲੇ ਉਹਦੇ ਝੋਨੇ ਦੇ ਲਾਤੇ ਆ ਤੇ ਇਹਨੂੰ ਆਂਦਾ ਤੂੰ ਮੇਰਾ 1000 ਰੁਪਇਆ ਦੇਣਾ ਤਾਂ ਵੀ ਦੱਸ ਦੇ, ਜੇ ਨਹੀਂ ਦੇਣਾ ਤਾਂ ਵੀ ਦੱਸ ਦੇ ਕਿਵੇਂ ਕਰਾਉਣੀ ਆ। ਇਹ ਆਂਦਾ ਵੀ ਜੇ ਮੈਂ ਸਪਰੇਆਂ ਰਿਆਂ ਕਰਕੇ ਮੈਂ ਤੇਰੇ ਪੈਸੇ ਮੋੜ ਦੂੰਗਾ ਤੇ ਉਹ ਆਂਦਾ ਤੇ ਕੋਈ ਨਹੀਂ, ਫਿਰ ਜੇ ਤੂੰ ਨਹੀਂ ਮੋੜਦਾ ਤੈਨੂੰ ਅਸੀਂ ਦੇਖ ਲਾਂਗੇ। ਸ਼ਾਮਾਂ ਨੂੰ ਜੇ ਅਸੀਂ ਝੋਨਾ ਲਾ ਕੇ ਆਏ ਤੇ ਇਹਨਾਂ ਨੇ ਦੁਕਾਨ ਕੋਲੇ ਉਹਦੇ ਸੱਟਾਂ ਲਾਤੀਆਂ। ਕੀ ਮਾਰਿਆ ਕੀ ਪਤਾ ਨਹੀਂ ਵੀ ਭਾਜੀ ਕੀ ਮਾਰ ਕੇ ਤੇ ਬਾਹਾਂ ਵੀ ਤੋੜਤੀਆਂ ਤੇ ਸਿਰ ਵੀ ਪਾੜਤਾ ਵਾ। ਕੋਈ ਦਰਖਾਸਤ ਦਿੱਤੀ ਥਾਣੇ? ਦਰਖਾਸਤ ਦਿੱਤੀ ਪਰ ਦਰਖਾਸਤ ਸਾਡਾ ਕਿਸੇ ਨੇ ਗੱਲ ਸੁਣੀ ਨਹੀਂ ਭਾਜੀ। ਹੁਣ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਜਦੋਂ ਨਾ ਕਿ ਕਾਰਵਾਈ ਫੁੱਲ ਹੋਵੇ। ਨਾ ਬਾਬਾ ਜੀ ਤੁਹਾਡਾ? ਮੇਰਾ ਨਾਮ ਜੀ ਬਲਵਿੰਦਰ ਸਿੰਘ ਗੋਲਡੀ, ਹੈੱਡ ਪ੍ਰਚਾਰਕ ਦਸ਼ਮੇਸ਼ ਤਰਨਾ ਦਲ ਤੋਂ ਜੀ। ਇਹ ਖਾਲਸਾ ਜੀ ਇਸ ਕਰਕੇ ਆਏ ਆ, ਰਾਜ ਸਿੰਘ ਪਿੰਡ ਪੁੰਨੀਆਂ ਦਾ ਜਿਹੜਾ ਵੀਰ ਆ ਤੇ ਇਹਦੇ ਭਰਾ ਦੀ ਚੱਟਾਂ ਵੱਲੋਂ ਬਾਂਹ ਤੋੜ ਦਿੱਤੀ ਗਈ ਸਿਰਫ 1000 ਰੁਪਏ ਬਦਲੇ, ਜਿਹੜਾ ਕਿ ਝੋਨੇ ਦੀ ਲਵਾਈ ਦਾ ਰੇਟ ਬਹੁਤ ਜ਼ਿਆਦਾ ਚੱਲ ਰਿਹਾ, 6000 5000 ਚੱਲ ਰਿਹਾ ਤੇ 2500 ਰੁਪਇਆ ਇਹਨਾਂ ਨੂੰ ਤਾਨੇਸ਼ਾਹੀ ਰੇਟ ਜਿਹੜਾ ਆਪਣੀ ਮਰਜ਼ੀ ਦੇ ਨਾਲ ਦੇ ਕੇ 2 ਕਿੱਲੇ ਝੋਨਾ ਜਿਹੜਾ ਇਹਨਾਂ ਕੋਲ ਲਵਾ ਲਿਆ। 1000 ਰੁਪਇਆ ਲੋੜ ਅਨੁਸਾਰ ਇਹਨੇ ਹੋਰ ਫੜਿਆ, ਜਿਹਦੇ ਵਿੱਚ ਉਹ ਕਹਿੰਦੇ ਸੀ ਆੜ ਦੇ ਨਾਲ ਵੀ 1 ਕਿੱਲਾ ਹੋਰ ਲਾ। ਇਸੇ ਗੱਲ ਦੇ ਦੌਰਾਨ ਇਹਦੇ ਝਗੜਾ ਹੋ ਕੇ ਬਾਂਹ ਤੋੜ ਦਿੱਤੀ ਗਈ, 3 ਥਾਵਾਂ ਤੋਂ ਬਾਂਹ ਟੁੱਟ ਗਈ ਆ, ਸਿਰ ਦੇ ਵਿੱਚ ਡਾਂਗਾ ਮਾਰੀਆਂ ਗਈਆਂ। ਉਹ ਵੱਟ ਦੇ ਉੱਪਰ ਦੀ ਇਹਦਾ ਪਰਿਵਾਰ ਲੰਘ ਰਿਹਾ ਸੀ, ਪੈਸੇ ਤੇ ਇਹਦੇ ਕੋਲ ਲੈਣ ਦੇਣ ਸੀਗਾ, ਪਰ ਇਹਦੇ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਉਹ ਇੰਨੇ ਕੁ ਭੈੜੇ ਸ਼ਬਦ ਬੋਲੇ ਕਿ ਮੈਂ ਦੱਸਦਿਆਂ ਸ਼ਰਮ ਮਹਿਸੂਸ ਕਰਦਾ, ਪਰ ਉਹਨਾਂ ਬੋਲਣ ਲੱਗਿਆ ਨਹੀਂ ਕੀਤੀ। ਅੱਜ ਬਠਿੰਡਾ ਵਿੱਚ ਪੰਜਾਬ ਰੋਡਵੇਜ਼ ਪਨਬਸ PRTC ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਰੋਡਵੇਜ਼ ਪਨਬਸ ਅਤੇ PRTC ਦੇ ਸਾਰੇ ਡਿਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ। ਕੀ ਨਾਮ ਹੈ? ਮੇਰਾ ਨਾਮ ਬਲਕਾਰ ਸਿੰਘ ਹੈ ਜੀ। ਕੀ ਕਹਿਣਾ ਕਹਿਣਾ ਚਾਹੁੰਦਾ ਜੀ, ਅੱਜ ਅਸੀਂ ਆਪਣੀ ਗੇਟ ਰੈਲੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵਿਰੁੱਧ, ਕਿਉਂਕਿ ਜਦੋਂ ਪਿਛਲੀਆਂ ਸਰਕਾਰਾਂ ਸਾਨੂੰ ਜਿਹੜੇ ਸਾਡੀਆਂ ਤਨਖਾਹਾਂ ਦੇ ਵਿੱਚ ਵਾਧੇ ਕਰਕੇ ਗਏ ਸੀਗੀ, ਉਹਦੇ ਨਾਲ ਕਿਤੇ ਨਾ ਕਿਤੇ ਸਾਡੇ ਕਈ ਵਰਕਰਾਂ ਨੂੰ ਕਈ ਜਿਵੇਂ ਕਿ ਡਾਟਾ ਆਪਰੇਟਰ ਹੋ ਗਏ, ਵਰਕਸ਼ਾਪ ਸਟਾਫ ਹੋ ਗਿਆ, ਇਹਨਾਂ ਦੀ ਤਨਖਾਹ ਬਹੁਤ ਘੱਟ ਵਧੀ ਆ। ਇਹਨਾਂ ਦੇ ਜਿਹੜੀ ਬੰਦੇ ਬੇਸ ਸਕਿੱਲ ਨਹੀਂ ਦਿੱਤੇ ਗਏ, ਉਹਨਾਂ ਦੇ ਸੰਬੰਧ ਵਿੱਚ ਅਸੀਂ ਜਿਹੜਾ ਗੇਟ ਰੈਲੀ ਕਰ ਰਹੇ ਹਾਂ ਤੇ ਜਿਹੜੀ ਸਰਕਾਰ ਨੂੰ ਅਸੀਂ ਆਪਣਾ ਮੰਗ ਪੱਤਰ ਦੇ ਚੁੱਕੇ ਹਾਂ ਕਿ ਜੇ ਸਾਡੀਆਂ ਜਿਹੜੀਆਂ ਪ੍ਰੋਪਰ ਮੰਗਾਂ ਏ ਵੀ ਸਾਡੀਆਂ ਰੈਗੂਲਰ ਹੋਣ ਵਾਲੀ ਮੰਗ ਆ, ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪੰਜਾਬ ਸਰਕਾਰ ਪਾਉਣ ਜਾ ਰਹੀ ਆ, ਉਹਦੇ ਵਿਰੁੱਧ 'ਚ ਅਸੀਂ ਆਪਣੀ ਜਿਹੜੀ 1 ਤਰੀਕ ਤੋਂ ਜਿਹੜਾ ਹੈ ਨੈਸ਼ਨਲ ਹਾਈਵੇ ਬੰਦ ਕਰਕੇ ਉਹ ਭੁੱਖ ਹੜਤਾਲ 'ਤੇ ਬੈਠਣ ਜਾ ਰਹੇ ਹਾਂ। ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਸੀਂ 14 15 16 ਤੋਂ ਜਿਹੜੀ ਆਪਦੀ ਪੂਰਨ ਹੜਤਾਲ ਕਰਕੇ ਪੂਰੀ ਟਰਾਂਸਪੋਰਟ ਦਾ ਜਿਹੜਾ ਚੱਕਾ ਜਾਮ ਕਰਾਂਗੇ। ਸੁਲਤਾਨਪੁਰ ਲੋਧੀ ਲੋਹੀਆ ਮਾਰਗ ਤੇ ਇੱਕ ਭਿਆਨਕ ਦੁਰਘਟਨਾ ਸਾਹਮਣੇ ਆਈ ਹੈ। ਦੁਰਘਟਨਾ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ, ਸਵਿਫਟ ਕਾਰ ਅਤੇ ਹੀਰੋ ਹੋਂਡਾ ਸਪਲੈਂਡਰ ਮੋਟਰਸਾਈਕਲ ਦੇ ਵਿਚਕਾਰ ਹੋਈ। ਦੁਰਘਟਨਾ ਇੰਨੀ ਜ਼ਬਰਦਸਤ ਸੀ ਕਿ ਗੱਡੀ ਅਤੇ ਬੱਸ ਦਾ ਅਗਲਾ ਸਾਰਾ ਹਿੱਸਾ ਅੱਗੋਂ ਚਕਨਾਚੂਰ ਹੋ ਗਿਆ। ਦੁਰਘਟਨਾ ਦੌਰਾਨ 3 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਈ। ਘਟਨਾ ਦੇ ਸਥਾਨ ਤੇ ਮੌਕੇ ਤੇ ਪਹੁੰਚ ਕੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਜੁਟ ਗਈ ਹੈ। ਮੇਰਾ ਨਾਮ ਪੂਰਨ ਸਿੰਘ ਆ। ਮੈਂ ਜਸਵਿੰਦਰ ਸਿੰਘ ਦੇ ਨਾਲ ਸੁਲਤਾਨਪੁਰ ਤੋਂ ਲੋਹੀਆਂ ਨੂੰ ਫਿਰੋਜ਼ਪੁਰ ਵੱਲ ਜਾ ਰਹੇ ਸੀ ਤੇ ਰਸਤੇ ਵਿੱਚ ਮੁੰਡਾ ਇੱਕ ਬਹੁਤ ਓਵਰ ਸਪੀਡ ਤੇ ਆ ਰਿਹਾ ਸੀ ਬਾਈਕ ਤੇ ਉਹਨੂੰ ਬਚਾਉਂਦੇ ਗੱਡੀ ਸਾਡੀ ਬੱਸ ਵਿੱਚ ਲੱਗ ਗਈ ਆ। ਮੇਰਾ ਨਾਮ ਡਾਕਟਰ ਹਰਪ੍ਰੀਤ ਕੌਰ ਹੈ। ਮੈਂ EMO ਅਪਾਇੰਟਡ ਹੈ ਸਿਵਲ ਹਸਪੀਟਲ ਸੁਲਤਾਨਪੁਰ 'ਚ। ਸਾਡੇ ਕੋਲ ਅਰਾਊਂਡ 5 PM ਦੇ 3 ਰੋਡ ਸਾਈਡ ਐਕਸੀਡੈਂਟ ਆਏ ਸੀ। ਇੱਕ ਦਾ ਨਾਮ ਗੁਰਨਾਮ ਸਿੰਘ ਹੈ, ਉਮਰ 22 ਸਾਲ, ਰਹਿਣ ਵਾਲੇ ਜੱਕੂਪੁਰ। ਦੂਸਰੇ ਦਾ ਨਾਮ ਹੈ ਜਸਵਿੰਦਰ ਸਿੰਘ, ਉਮਰ 27 ਸਾਲ, ਡਿਸਟ੍ਰਿਕਟ ਫਿਰੋਜ਼ਪੁਰ ਤੋਂ ਨੇ। ਤੀਸਰੇ ਦਾ ਨਾਮ ਪੂਰਨ ਸਿੰਘ ਤੇ ਉਹ ਵੀ ਫਿਰੋਜ਼ਪੁਰ ਡਿਸਟ੍ਰਿਕਟ ਤੋਂ ਹੀ ਨੇ। ਗੁਰਨਾਮ ਸਿੰਘ ਦੇ ਹੈਡ ਇੰਜਰੀ ਹੈਗੀ ਹੈ ਤੇ ਪੇਸ਼ੈਂਟ ਹੋ ਕੇ ਰੈਫਰ ਕੀਤਾ ਗਿਆ। ਬਾਕੀ 2 ਪੇਸ਼ੈਂਟ ਸਾਡੇ ਕੋਲ ਅੰਡਰ ਆਪਰੇਸ਼ਨ ਪਏ। ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠੀਆਂਵਾਲੀ 'ਚ ਕਿਸਾਨਾਂ ਨੇ ਨਰਮੇ ਦੀ ਖੜੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਸਫੇਦ ਮੱਛਰ ਤੋਂ ਤੰਗ ਆ ਕੇ ਵਾਇਆ। ਪੂਰੇ ਪਿੰਡ ਵਿੱਚ ਲਗਭਗ 15 ਤੋਂ 20 ਏਕੜ ਨਰਮਾ ਵਾਇਆ। ਜਾਣਕਾਰੀ ਦਿੰਦੇ ਹੋਏ ਬਿੱਕਰ ਸਿੰਘ ਸਰਪੰਚ ਪ੍ਰਤੀਨਿਧੀ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਠੂਠੀਆਂਵਾਲੀ ਵਿੱਚ ਗੁਲਾਬੀ ਸੁੰਡੀ ਅਤੇ ਸਫੇਦ ਮੱਛਰ ਨੇ ਨਰਮੇ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਹੈ। ਬਿੱਕਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 60,000 ਤੋਂ ਉੱਤੇ 1 ਕਿੱਲੇ ਦਾ ਠੇਕਾ ਭਰ ਕੇ ਜ਼ਮੀਨ ਠੇਕੇ ਤੇ ਲਈ ਸੀ, ਜੋ ਕਿ ਹੁਣ ਗੁਲਾਬੀ ਸੁੰਡੀ ਅਤੇ ਸਫੇਦ ਮੱਛਰ ਨਾਲ ਖਤਮ ਹੋ ਗਈ। ਉਹਨਾਂ ਨੇ ਪ੍ਰਸ਼ਾਸਨ ਤੇ ਮੰਗ ਕੀਤੀ ਹੈ ਕਿ ਉਹਨਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਤੇ ਬਲਵੀਰ ਸਿੰਘ, ਬਿੱਕਰ ਸਿੰਘ ਸਨ ਆਫ ਦਰਸ਼ਨ ਸਿੰਘ, ਮਨੀ ਸਿੰਘ ਸਨ ਆਫ ਹਮੀਰ ਸਿੰਘ ਨੇ ਆਪਣੀ ਜ਼ਮੀਨ ਵਾਹੀ। ਕਿੱਲੇ ਨੂੰ ਕੱਖ ਨਹੀਂ ਲੱਗਿਆ, ਨੂੰ ਉਹ ਮੈਨੂੰ ਖੜਾ ਵਿੱਚ ਸੁੰਡਾ ਟਿੰਡਾ ਤੋੜਦੇ ਵਿੱਚ ਨਿਰੀ ਸੁੰਡੀ ਹੈ। ਟਿੰਡਾ ਪਾੜਦੇ ਆ, ਮੇਰੀ ਸੁੰਡੀ ਹੈ। ਇਸੇ ਕਰਕੇ ਤੁਸੀਂ ਸਰ ਨਰਮਾ ਵਾਇਆ।
स्प्रेवा कर चुके हो? ਸਿਰਫ 2 ਕਰੀਆਂ ਤੱਕ ਇੱਕ ਭੋਰਾ ਵੀ ਨਹੀਂ ਖੁੱਲਿਆ, ਭੋਰਾ ਖੁੱਲਿਆ ਵੀ ਹੋਵੇ। ਬਿੱਕਰ ਸਿੰਘ ਜੀ, ਇਹ ਤੁਸੀਂ ਨਰਮਾ ਵਾਹ ਰਹੇ ਹੋ, ਕਿਸ ਕਾਰਨ ਤੋਂ ਵਾਹ ਰਹੇ ਹੋ? ਇਹ ਗੁਲਾਬੀ ਸੁੰਡੀ ਕਰਕੇ ਬਾਹਰ ਇਹ ਤੇਲਾ ਚਿੱਟਾ ਹਰਾ ਨੇ ਖਤਮ ਕਰ ਰਿਹਾ ਹੈ। ਕਿਆ ਇਹ 10-11 ਹਜ਼ਾਰ ਰੁਪਏ ਕਿੱਲੇ ਦੇ ਖਰਚਾ ਆ ਗਏ। 3 ਕਿੱਲੇ ਬਾਹਰ ਹੈ ਟੋਟਲ 3 ਕਿੱਲੇ ਸਾਡੇ ਕੋਲ ਜੀ। ਤਿੰਨੇ ਦੇ ਤਿੰਨੇ ਹੀ ਬਾਤ ਹੈ ਜੀ? ਹਾਂਜੀ ਹਾਂਜੀ, ਤਿੰਨੇ ਬਾਹਰ। ਇਹ ਕੇਵਲ ਸੁੰਡੀ ਦੇ ਕਾਰਨ ਵਾਹ ਰਹੇ ਹੋ? ਸੁੰਡੀ ਦੇ ਕਾਰਨ ਜੀ, ਗੁਲਾਬੀ ਸੁੰਡੀ ਕਰਕੇ, ਤੇਲਾ ਕਰਕੇ ਜੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਫਿਰ? ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਖਰਚਾ। ਇਹ ਜ਼ਮੀਨ ਤੁਹਾਡੀ ਆਪਦੀ ਸੀ? ਮੈਂ ਠੇਕੇ ਲੈਤੀ ਹੋਈ ਜੀ। ਕੀ ਠੇਕਾ ਹੈ ਤੇ? ਇਹ 62,000 ਲੈਤੀ ਹੋਈ ਪ੍ਰਤੀ ਏਕੜ? ਹਾਂਜੀ। ਖਰਚੇ ਦਾ ਸਾਡਾ ਜੀ ਮੁਆਵਜ਼ਾ ਦਿੱਤਾ ਜਾਵੇ ਜੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।